तू मेरे गुरु के प्यारे। आए मिल गुरसिख, आए मिल, आए मिल। आए मिल गुरसिख आए मिल प्रोग्राम लैके दास दविंदर सिंह सोढी हाज़र है। वाहिगुरू जी का खालसा, वाहिगुरू जी की फतेह। तुसीं जाणदे हो इस प्रोग्राम ਵਿੱਚ मैं ਤੁਹਾਨੂੰ ਉਹਨਾਂ ਮਹਾਨ ਸ਼ਖਸੀਅਤਾਂ ਨਾਲ ਮਿਲਾਉਂਦਾ ਹਾਂ ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਆਪਣਾ ਬੜਮੁੱਲਾ ਯੋਗਦਾਨ ਪਾਇਆ ਹੈ। ਅੱਜ ਇੱਕ ਐਸੇ ਸਫਲ ਮਹਾਨ ਕਾਰੋਬਾਰੀ ਨਾਲ ਤੁਹਾਨੂੰ ਮਿਲਾਵਾਂਗਾ ਜੋ ਕਾਰ ਵਿਹਾਰ ਕਰਦਿਆਂ ਹੋਇਆਂ ਗੁਰੂ ਘਰ ਦੀ ਸੇਵਾ ਤਨ ਮਨ ਤੇ ਧਨ ਨਾਲ ਕਰਦੇ ਨੇ। ਮਹਾਨਤਾ ਨੇ ਗੁਰੂ ਘਰ ਵਿੱਚ ਬਹੁਤ ਸੇਵਾਵਾਂ ਨੇ, ਪਰ ਉਹਨਾਂ ਸੇਵਾ ਚੁਣੀ ਏ ਜੋੜਿਆਂ ਦੀ। ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਕਰਾਂਗੇ। ਆਓ ਫਿਰ ਮਿਲੀਏ ਹਰਪ੍ਰੀਤ ਸਿੰਘ ਹੁਣਾਂ ਨਾਲ। ਸਰਦਾਰ ਹਰਪ੍ਰੀਤ ਸਿੰਘ ਜੀ, ਤੁਸੀਂ ਫਤਿਹ ਚੈਨਲ ਦੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜਾ ਮਾਣ ਹੋ ਰਿਹਾ, ਖੁਸ਼ੀ ਹੋ ਰਹੀ ਆ ਵੀ ਇੱਕ ਮੈਂ ਅੱਜ ਐਸੀ ਸ਼ਖਸੀਅਤ ਨਾਲ ਸੰਗਤਾਂ ਦੀ ਸਾਂਝ ਪਵਾ ਰਿਹਾ ਹਾਂ ਜਿਹੜੀ ਬਹੁਤ ਬੜਮੁੱਲੀ ਸੇਵਾ ਹੈ ਸੰਗਤਾਂ ਦੀ ਕਰਦੇ ਨੇ, ਜੋੜੇ ਝਾੜਨ ਦੀ। ਮੈਂ ਬਹੁਤ ਸਾਰੇ ਪ੍ਰੋਗਰਾਮਾਂ ਤੇ ਜਾਂਦਾ ਤੇ ਉੱਥੇ ਬਾਹਰ ਦੇਖਦਾ ਲਿਖਿਆ ਹੁੰਦਾ ਗੁਰਮੁਖ ਸੇਵਕ ਦਲ, ਤੇ ਸਾਰੇ ਵੀਰ ਉੱਥੇ ਜੋੜਿਆਂ 'ਚ ਖਲੋਤੇ ਹੁੰਦੇ ਨੇ। ਜਿਹੜੀ ਤੁਹਾਡੀ ਨਿਮਰਤਾ ਦੀ ਗੱਲ ਹੈ, ਕਈ ਵਾਰੀ ਬੰਦੇ ਇਹ ਸੋਚ ਲੈਂਦੇ ਨੇ ਵੀ ਜਿਹੜੇ ਗੁਰਦੁਆਰੇ ਸੇਵਾ 'ਚ ਲੱਗੇ ਆ, ਜੋੜਿਆਂ 'ਚ ਖੜੇ ਆ, ਦਰੀਆਂ ਝਾੜਦੇ, ਖਰੇ ਵੀ ਇਹ ਗਰੀਬ ਗੁਰਬੇ ਨਹੀਂ ਕੋਈ। ਤੁਹਾਨੂੰ ਵੀ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਕਈ ਬੰਦੇ ਇਹ ਸੋਚ ਲੈਂਦੇ ਨੇ, ਪਰ ਮੈਂ ਜਾਣਦਾ ਵੀ ਤੁਹਾਡੇ ਵਿੱਚ ਸਾਰੇ ਕਾਮਯਾਬ ਬੰਦੇ ਨੇ ਆਪਣੇ ਆਪਣੇ ਖੇਤਰ ਵਿੱਚ। ਹੁਣ ਤੁਹਾਡਾ ਕਿੰਨਾ ਨਾਮ ਹੈ, ਅੰਮ੍ਰਿਤ ਕੰਪਿਊਟਰ, ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਤੁਹਾਨੂੰ ਨਾ ਜਾਣਦਾ ਹੋਵੇ। ਮੈਂ ਫੋਰਨ ਵਿੱਚ ਵੀ ਦੇਖਦਾ ਤੁਹਾਡੇ ਬਣੇ ਹੋਏ ਪੋਸਟਰ ਤੇ ਫਲੈਕਸਾਂ ਫੋਰਨ ਵਿੱਚ ਵੀ ਜਾਂਦੀਆਂ ਨੇ, ਪਰ ਜਦੋਂ ਤੁਸੀਂ ਸੰਗਤਾਂ 'ਚ ਤੇ ਤੁਸੀਂ ਜੋੜਿਆਂ ਵਿੱਚ ਖਲੋਤੇ ਹੁੰਦੇ ਹੋ, ਤੁਸੀਂ ਜੋੜਿਆਂ ਦੀ ਸੇਵਾ ਲੈਂਦੇ ਹੋ। ਗੁਰੂ ਘਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਨੇ, ਇਹ ਤੁਹਾਡੇ ਮਨ ਵਿੱਚ ਕਿਵੇਂ ਆਈ ਵੀ ਅਸੀਂ ਜਿਹੜੀ ਜੋੜਿਆਂ ਦੀ ਸੇਵਾ ਕਰਨੀ ਹੈ? ਇਹ ਸਭ ਸਤਿਗੁਰ ਦੀ ਬਖਸ਼ਿਸ਼ ਹੈ ਜੀ। ਜੀ ਜੀ, ਸਤਿਗੁਰ ਦੀ ਕਿਰਪਾ ਹੈ ਜੀ ਵੀ ਸਾਨੂੰ ਉਹਨਾਂ ਨੇ ਜੋੜਿਆਂ ਦੀ ਸੇਵਾ ਦਿੱਤੀ। ਵਾਹ ਵਾਹ। ਸਾਡੇ ਮਨ ਦੇ ਵਿੱਚ ਇਹ ਖਾਹਿਸ਼ ਸੀ ਕਿ ਇਹ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਵਾਹ ਵਾਹ ਕੀਤੀ ਹੈ, ਤੇ ਸਾਨੂੰ ਵੀ ਇਸ ਲਾਇਕ ਸਮਝਿਆ, ਸਾਨੂੰ ਇਹ ਸੇਵਾ ਦਿੱਤੀ। ਇਸ ਸੇਵਾ ਦੇ ਵਿੱਚ ਸੇਵਾ ਕਰਦੇ ਹਾਂ, ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਜੋ ਕੁਝ ਵੀ ਅੱਜ ਅਸੀਂ ਪ੍ਰਾਪਤ ਕੀਤਾ ਉਹ ਸਤਿਗੁਰੂ ਕੋਲੋਂ, ਉਹ ਸਭ ਇਸ ਸੇਵਾ ਦੀ ਬਦੌਲਤ ਹੈ। ਜੀ ਜੀ, ਤੇ ਮੈਂ ਸੰਗਤਾਂ ਨੂੰ ਵੀ ਇਹ ਗੱਲ ਦੱਸਣੀ ਖੁਸ਼ੀ ਮਹਿਸੂਸ ਕਰਦਾ ਕਿ ਸਾਰੀਆਂ ਹੀ ਸੇਵਾਵਾਂ ਉੱਤਮ ਨੇ ਜੀ ਜੀ, ਪਰ ਖਾਸ ਕਰ ਜੋੜਿਆਂ ਦੀ ਸੇਵਾ ਜਿਹੜੀ ਹੈ ਇਹ ਨਿਮਰਤਾ ਵਾਲੀ ਹੈ। ਨਿਮਰਤਾ ਰੱਖਣੀ ਸਾਡੇ 'ਚ ਬਣਦੀ ਹੈ। ਕਿਰਪਾ ਰੱਖਣ ਸਤਿਗੁਰ ਸਾਡੇ ਸੇਵਾਦਾਰਾਂ 'ਤੇ, ਵਧੀਆ ਕਾਰੋਬਾਰ ਨੇ, ਪਰ ਇਹ ਸੇਵਾ ਕਰਦੇ ਹਾਂ ਸਾਰੇ ਹੀ ਨਿਮਰਤਾ ਵਿੱਚ ਰਹਿੰਦੇ। ਮੈਂ ਦੇਖਿਆ ਕਈ ਜਗ੍ਹਾ ਪ੍ਰੋਗਰਾਮਾਂ ਤੇ ਜਾਣਾ ਵੀ ਜਿਹੜੇ ਨਿਮਰਤਾ ਤੁਹਾਡੇ ਸੇਵਾਦਾਰਾਂ 'ਚ ਹੱਥ ਕਰਦੇ ਨੇ, ਇੱਧਰ ਜੋੜੇ ਦੇ ਦਿਓ ਜੀ, ਝੋੜੀਆਂ ਕਰਦੇ ਜੋੜੇ ਦੇ ਦਿਓ ਜੀ। ਇਹ ਬੜੀ ਕੈਸੀ ਤੁਸੀਂ ਆਪਣੇ ਮੈਂਬਰਾਂ ਨੂੰ ਸਿੱਖਿਆ ਦਿੱਤੀ ਹੋਈ ਹੈ? ਸੇਵਾ ਮੰਗ ਕੇ ਹੀ ਕਰਨੀ ਚਾਹੀਦੀ ਹੈ ਜੀ। ਸਾਡੇ ਵਿਚਾਰ ਤੇ ਇਹ ਨੇ, ਸੇਵਾ ਸਫਲ ਹੀ ਉਹ ਹੈ ਜਿਸ ਤਰ੍ਹਾਂ ਗੁਰਬਾਣੀ 'ਚ ਲਿਖਿਆ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਤੇ ਤੁਸੀਂ ਸਹੀ ਗੱਲ ਕਰਦੇ ਹੋ। ਗੁਰੂ ਘਰ ਵਿੱਚ ਵਡਿਆਈ ਉਹਨੂੰ ਮਿਲਦੀ ਆ, ਸੋਭਾ ਉਹਨੂੰ ਮਿਲਦੀ ਜਿਹੜਾ ਸੇਵਾ ਕਰਦਾ। ਕਦੇ ਜੇ ਆਪਾਂ ਆਪਣਾ ਇਤਿਹਾਸ ਪੜ੍ਹੀਏ, ਗੁਰੂ ਸਾਹਿਬ ਦੇ ਸਮੇਂ ਵੀ ਸਿੱਖਾਂ ਦਾ ਇਤਿਹਾਸ ਵੀ, ਕਿਹਨੂੰ ਨਵਾਬ ਬਣਾਉਣਾ ਜਿਹੜਾ ਘੋੜਿਆਂ ਦਾ ਖਰਖਰਾ ਕਰਦਾ, ਘੋੜਿਆਂ ਦੀ ਲਿੱਦ ਚੁੱਕਦਾ ਜਿਹੜਾ। ਤੇ ਅੱਜ ਅਸੀਂ ਤਾਂ ਹੀ ਫਤਿਹ ਚੈਨਲ 'ਚ ਜਿਹੜੇ ਜੋੜਿਆਂ ਦੀ ਸੇਵਾ ਕਰਨ ਵਿੱਚ ਚਾਅ ਮਹਿਸੂਸ ਕਰਦੇ ਨੇ, ਅਸੀਂ ਉਹਨਾਂ ਨੂੰ, ਹਰਪ੍ਰੀਤ ਸਿੰਘ ਉਹਨਾਂ ਨੂੰ ਬੁਲਾਇਆ। ਮੈਂ ਤੁਹਾਨੂੰ ਆਪਣੀ ਪਿਛਲੀ ਜਥੇਬੰਦੀ ਦੇ ਵਿਚਾਰੇ ਦੱਸਣਾ ਚਾਹਾਂਗਾ ਜੀ। ਇਹ ਜਥੇਬੰਦੀ ਸਾਡੀ ਸਨ 1961 ਤੋਂ ਜੀ ਹੋਂਦ ਵਿੱਚ ਆਈ ਜੀ, ਜਿਸ ਦੇ ਵਿੱਚ ਬੜੇ ਹੀ ਸਫਲ ਪ੍ਰਿੰਸੀਪਲ ਭਗਵੰਤ ਸਿੰਘ ਜੀ, ਮਾਸਟਰ ਗੁਰਮੁਖ ਸਿੰਘ ਜੀ, ਜਿਨ੍ਹਾਂ ਦੇ ਨਾਂ ਦੇ ਉੱਤੇ ਜਥੇਬੰਦੀ ਚੱਲ ਰਹੀ ਹੈ, ਸਰਦਾਰ ਸਵਰਨ ਸਿੰਘ ਜੀ ਛਾਬੜਾ ਜੋ ਬੈਂਕ ਮੈਨੇਜਰ ਸਨ, ਉਹ ਇਸ ਸੰਸਥਾ ਦੇ ਮੁਖੀ ਰਹੇ, ਸੇਵਾ ਕਰਦੇ ਰਹੇ ਸੰਗਤਾਂ ਦੇ ਵਿੱਚ। ਔਰ ਮੈਂ ਇਹੀ ਗੱਲ ਲੋਕਾਂ ਨੂੰ ਮੈਸੇਜ ਦੇਣੀ ਚਾਹੁੰਦਾ ਵੀ ਸਿਰਫ ਗਰੀਬ ਆਦਮੀ ਹੀ ਸੇਵਾ ਨਹੀਂ ਕਰਦਾ। ਸੇਵਾ ਜਿਹੜੀ ਆ ਉਹ ਨਿਮਰਤਾ ਭਰਪੂਰ, ਕਾਰੋਬਾਰ ਦੇ ਉੱਤੋਂ ਜੋ ਵੀ ਆ ਉਹ ਸਤਿਗੁਰ ਦੀ ਬਖਸ਼ਿਸ਼ ਹੁੰਦੀ ਆ।
ਔਰ ਮੈਂ ਆਪਣੇ ਉੱਤੇ ਇਸ ਗੱਲ ਨੂੰ ਪ੍ਰੈਕਟੀਕਲੀ ਤੌਰ ਦੇ ਉੱਤੇ ਅਜਮਾਇਆ ਵੀ ਜਦੋਂ ਅਸੀਂ ਸੇਵਾ ਕਰਦੇ ਹਾਂ, ਸੇਵਾ ਛੱਡ ਗਏ ਤੇ ਸਾਨੂੰ ਕਿਹੜੇ ਦਿਨ ਦੇਖਣੇ ਪਏ, ਇਹ ਮੈਂ ਆਪਣੇ ਬਿਆਨ ਨਹੀਂ ਕਰ ਸਕਦਾ। ਮੈਂ ਕਾਰੋਬਾਰੀ ਤੌਰ ਦੇ ਉੱਤੇ ਬਹੁਤ ਹੀ ਨੀਵਾਂ ਚਲਾ ਗਿਆ। ਅੱਛਾ। ਪਰ ਸਤਿਗੁਰ ਦੀ ਕਿਰਪਾ ਸਦਕਾ ਮੈਨੂੰ ਦੁਬਾਰਾ ਸੱਦਾ ਆਇਆ। ਅੱਛਾ। ਮੈਂ ਫਿਰ ਸੇਵਾ ਸ਼ੁਰੂ ਕੀਤੀ। ਉਹ ਸਭ ਕੁਝ ਸੰਗਤਾਂ ਦੇ ਸਾਹਮਣੇ ਹੈ ਵੀ ਸੇਵਾ ਕਰਕੇ ਮੇਰੇ ਦਾਦਾ ਜੀ ਸਰਦਾਰ ਗੁਰਦਿਆਲ ਸਿੰਘ ਜੀ ਜੀ ਉਹਨਾਂ ਕੋਲੋਂ ਮੈਂ ਇੱਕ ਬਚਨ ਸੁਣੇ ਸਨ, ਨਾਮ ਜਪਿਆਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। ਬਿਲਕੁਲ ਬਿਲਕੁਲ, ਇਹ ਸਭ ਸੇਵਾ ਦੀ ਬਦੌਲਤ ਹੈ। ਅੱਜ ਅਸੀਂ ਜਿੱਥੇ ਵੀ ਹਾਂ ਸਭ ਇਸ ਸੇਵਾ ਕਰਕੇ ਹਾਂ। ਤੁਹਾਡੇ ਸਾਰੇ ਮੈਂਬਰ ਸਾਰਿਆਂ ਦੇ ਬਹੁਤ ਅੱਛੇ ਕਾਰ ਵਿਹਾਰ ਨੇ, ਬੜੇ ਸਾਰੇ ਨਾਮੀ ਲੋਕ ਨੇ ਜਿਹੜੇ ਤੁਹਾਡੇ 'ਚ ਤੁਸੀਂ ਸੇਵਾ ਕਰਦੇ ਹੋ ਜੋੜੇ ਝਾੜਨ ਦੀ। ਇਸ ਬਾਰੇ ਮੈਂ ਤੁਹਾਨੂੰ ਦੱਸਾਂ ਜੀ ਵੀ ਸੇਵਾ ਜਿਹੜੀ ਹੈ ਨਾ, ਮਤਲਬ ਅੱਜ ਜਿਹੜੇ ਵੀ ਸਾਡੇ ਮੈਂਬਰ ਜਿਸ ਵੀ ਬੁਲੰਦੀ ਤੇ ਨੇ, ਉਹ ਸਾਰੇ ਹੀ ਇਸ ਗੱਲ ਨੂੰ ਮਾਣ ਮਹਿਸੂਸ ਕਰਦੇ ਨੇ ਵੀ ਅਸੀਂ ਸੇਵਾ ਕਰਕੇ ਹਾਂ। ਸਾਡੀ ਔਕਾਤ ਨਹੀਂ ਸੀ ਕਿ ਅਸੀਂ ਇੱਥੇ ਤੱਕ ਪਹੁੰਚ ਸਕੀਏ, ਜਾਂ ਸਾਡੇ ਕੋਲ ਅੱਜ ਸਤਿਗੁਰ ਦੀਆਂ ਦਿੱਤੀਆਂ ਦਾਤਾਂ ਜੋ ਵੀ ਨੇ ਉਹ ਸਭ ਸੇਵਾ ਕਰਕੇ ਹੀ। ਸੇਵਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਗੁਰੂ ਸਾਹਿਬ ਆਪ ਜੋੜੇ ਝਾੜਦੇ ਰਹੇ। ਜਦੋਂ ਸੰਗਤਾਂ ਅੰਮ੍ਰਿਤਸਰ ਦਰਸ਼ਨ ਕਰਨ ਗਈਆਂ ਤੇ ਸੰਗਤਾਂ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਟੋਲਦੀਆਂ ਨੇ ਮਹਾਰਾਜ ਜੀ ਨੂੰ, ਤੇ ਮਹਾਰਾਜ ਨਜ਼ਰ ਨਾ ਆਏ ਤੇ ਬਾਬਾ ਬੁੱਢਾ ਜੀ ਨੂੰ ਪੁੱਛਦੇ ਨੇ ਮਹਾਰਾਜ ਕਿੱਥੇ ਨੇ? ਉਹ ਕਹਿੰਦੇ ਭੋਲਿਓ ਜਿਨ੍ਹਾਂ ਦੀ ਜੋੜਿਆਂ ਦੀ ਰਾਖੀ ਬਿਠਾਇਆ ਏ, ਉਹ ਜਥੇਦਾਰ ਬਿਠਾਇਆ ਨਾ ਵੀ ਜੋੜੇ ਸਾਡੇ ਕੋਈ ਚੁੱਕ ਕੇ ਨਾ ਲੈ ਜਾਵੇ, ਕੋਲ ਬੈਠ ਜਾ। ਤੇ ਜਾ ਕੇ ਕੀ ਦੇਖਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੋੜਿਆਂ 'ਚ ਬੈਠੇ ਨੇ, ਜਿੱਦਾਂ ਸਾਖੀਕਾਰ ਲਿਖਦੇ ਨੇ, ਤੇ ਇੱਕ ਇੱਕ ਜੋੜੇ ਨੂੰ ਚੁੱਕ ਕੇ ਨਾ ਸਾਫ਼ ਕਰਦੇ ਪਏ ਨੇ। ਸੰਗਤਾਂ ਨੇ ਹੱਥ ਪਕੜ ਲਏ, ਮਹਾਰਾਜ ਤੁਸੀਂ ਗਰੀਬ ਨਵਾਜ ਦਾਤਾ ਜੀ, ਤਖਤਾਂ ਤੇ ਬੈਠਣ ਵਾਲੇ, ਸਾਡੇ ਜੋੜੇ? ਮਹਾਰਾਜ ਕਹਿੰਦੇ ਨਹੀਂ ਤੁਹਾਡੇ ਜੋੜੇ ਨਹੀਂ, ਮੈਂ ਤਾਂ ਇਹਨਾਂ ਜੋੜਿਆਂ 'ਚੋਂ ਗੁਰੂ ਨਾਨਕ ਦਾ ਜੋੜਾ ਲੱਭਦਾ ਪਿਆ। ਸਾਡਾ ਵੀ ਇਹੀ ਵਿਚਾਰ ਹੈ ਜੀ ਵੀ ਸੰਗਤਾਂ ਨੂੰ ਇਹ ਗੱਲ ਦੱਸਣਾ ਮੈਂ ਚਾਹੁੰਦੇ ਹਾਂ ਵੀ ਜੋ ਕੁਝ ਵੀ ਹੈ ਉਹ ਸੰਗਤਾਂ ਦੇ ਜੋੜਿਆਂ ਦੇ ਵਿੱਚ ਹੀ ਹੈ। ਸਾਰੀਆਂ ਹੀ ਸੇਵਾਵਾਂ ਉੱਤੋਂ ਨੇ, ਭਾਵੇਂ ਉਹ ਲੰਗਰ ਵਰਤਾਉਣ ਦੀ ਹੈ, ਜਲ ਛਕਾਉਣ ਦੀ ਹੈ, ਜਾਂ ਹੋਰ ਵੀ ਬਹੁਤੀਆਂ ਸੇਵਾ ਜਿਹੜੀਆਂ ਗੁਰੂ ਘਰਾਂ ਵਿੱਚ ਹੁੰਦੀਆਂ ਨੇ, ਉਹਨਾਂ ਵਿੱਚੋਂ ਮਤਲਬ ਜੋੜਿਆਂ ਦੀ ਸੇਵਾ ਹੀ ਸਾਡੇ ਵਾਸਤੇ ਉੱਤਮ ਹੈ। ਹਰਪ੍ਰੀਤ ਸਿੰਘ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਸੇਵਾਵਾਂ ਤੇ ਗੁਰੂ ਘਰ ਵਿੱਚ ਬਹੁਤ ਨੇ, ਕੋਈ ਵੀ ਸੇਵਾ ਬੰਦਾ ਕਰ ਸਕਦਾ, ਸਾਰੀਆਂ ਉੱਤਮ ਹੈ। ਪਰ ਮੈਂ ਵੀ ਕਈ ਪ੍ਰੋਗਰਾਮਾਂ ਦੇ ਪ੍ਰਬੰਧ ਕਰਦਾ ਰਹਿਣਾ ਤੇ ਸਭਾ ਸੁਸਾਇਟੀਆਂ ਨਾਲ ਸੰਪਰਕ ਕਰੀਦਾ ਆ, ਤੇ ਉਹਨਾਂ ਦੀ ਸੇਵਾ ਦੇ ਜੋੜਿਆਂ 'ਚ ਬਾਹਰ ਕਿਤੇ ਇੱਧਰ ਉੱਧਰ ਲਾ ਦਈਏ, ਪਰ ਜਦੋਂ ਟੀਵੀ ਦੇਖੀਦਾ, ਤਸਵੀਰਾਂ ਦੇਖੀਦੀਆਂ, ਉਹ ਦਿਖਦੇ ਸਟੇਜ ਤੇ ਹੀ ਨੇ। ਹਰ ਇੱਕ ਦੀ ਇੱਛਾ ਹੁੰਦੀ ਵੀ ਅਸੀਂ ਸਟੇਜ ਤੇ ਰਹੀਏ ਤੇ ਸਟੇਜ ਦੇ ਕੋਲ ਕੋਲ ਰਹੀਏ, ਲੋਕਾਂ ਦੀਆਂ ਨਜ਼ਰਾਂ ਸਾਨੂੰ ਦੇਖਦੇ ਰਹਿਣ, ਪਰ ਤੁਹਾਡੀ ਸੇਵਾ ਤੇ ਕਮਾਲ ਹੈ। ਦੇਖੋ ਇਹ ਆਪੋ ਆਪਣੀ ਸਮਝਣ ਦੀ ਗੱਲ ਆ ਜੀ ਜੀ ਵੀ ਜਿਹੜੀ ਦੇਖਣ ਵਾਲੀ ਗੱਲ ਆ ਵੀ ਲੋਕ ਦੇਖਣ, ਲੋਕਾਂ ਨੇ ਜਿੰਨੇ ਵੀ ਆਣਾ ਸਮਾਗਮ ਦੇ ਵਿੱਚ ਉਹਨੇ ਸਾਰਿਆਂ ਨੂੰ ਪਹਿਲਾਂ ਜੋੜੇ ਖਾਣੇ ਚਾਹੀਦੇ। ਹਾਂ ਸਹੀ ਗੱਲ। ਜੇ ਅਸੀਂ ਆਪਣੇ ਆਪ ਨੂੰ ਉੱਥੇ ਹੀ ਲੋਕਾਂ ਨੂੰ ਦਿਖਾ ਸਕੀਏ ਵੀ ਸਾਡੇ ਵਿੱਚ ਕੁਝ ਸੇਵਾ ਕਰਨ ਦੀ ਭਾਵਨਾ ਹੈ, ਤੇ ਲੋਕ ਉੱਥੇ ਹੀ ਸਾਨੂੰ ਜਾਣਦੇ ਨੇ। ਬਿਲਕੁਲ ਬਿਲਕੁਲ। ਅੱਜ ਜੇ ਅਸੀਂ ਜੋੜਿਆਂ ਦੀ ਸੇਵਾ ਕਰਕੇ ਸੰਗਤਾਂ ਵਿੱਚ ਵਿਚਰ ਰਹੇ ਹਾਂ, ਤੇ ਸ਼ਾਇਦ ਹੀ ਜਲੰਧਰ ਦੀ ਕੋਈ ਸੰਗਤ ਜਾਂ ਜਲੰਧਰ ਦੇ ਆਲੇ ਦੁਆਲੇ ਸਮਾਗਮਾਂ ਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਉੱਥੇ ਦੀ ਕੋਈ ਸੰਗਤ ਇਸ ਤਰ੍ਹਾਂ ਦੀ ਨਹੀਂ ਜੋ ਸਾਡੇ ਬਾਰੇ ਨਾ ਜਾਣਦੀ ਹੋਵੇ। ਬਿਲਕੁਲ, ਬੜੇ ਮਾਣ ਨਾਲ ਲੋਕੀ ਗੁਰਮੁਖ ਸੇਵਕ ਦਲ ਦਾ ਨਾਮ ਲੈਂਦੇ ਆ। ਤੇ ਕਿੰਨੇ ਕੁ ਮੈਂਬਰ ਨੇ ਆਪਣੀ ਸੁਸਾਇਟੀ ਦੇ? ਦੇਖੋ ਬਜ਼ੁਰਗਾਂ ਦੇ ਕਹਿਣ ਦੇ ਮੁਤਾਬਕ ਵੀ ਆਪਣੇ ਘਰ ਦੇ ਪਰਿਵਾਰ ਦੇ ਜੀ ਨਹੀਂ ਗਿਣੇ ਜਾਂਦੇ। ਅੱਛਾ ਅੱਛਾ। ਸਾਡੀ ਜਥੇਬੰਦੀ ਦੇ ਤਕਰੀਬਨ ਕੋਈ 200 ਦੇ ਲਗਭਗ ਸੇਵਾਦਾਰ ਨੇ, ਜੋ ਕਿ ਪਰਿਵਾਰਾਂ ਸਮੇਤ ਨੇ। ਅੱਛਾ, ਪਰਿਵਾਰਾਂ ਸਮੇਤ ਆਉਂਦੇ ਸਾਰੇ? ਬੱਚਿਆਂ ਸਮੇਤ। ਸਾਡੇ ਛੋਟੇ ਛੋਟੇ ਬੱਚੇ ਵੀ ਜੁੜੇ ਚੱਕੀ ਸਾਡੇ ਜਥੇਬੰਦੀ 'ਚ ਤੁਸੀਂ ਆ ਕੇ ਦੇਖੋ ਕਦੀ ਵੀ 4 ਸਾਲ ਤੋਂ ਬੱਚਾ ਸੇਵਾ ਕਰਨੀ ਸ਼ੁਰੂ ਕਰ ਦਿੰਦਾ। ਅੱਛਾ। ਔਰ ਜਿਹੜਾ ਹੁਣ ਇਸ ਵੇਲੇ ਪ੍ਰੈਜ਼ੈਂਟ ਤਕਰੀਬਨ 75 ਸਾਲ ਦੀ ਏਜ ਦੇ ਸੇਵਾਦਾਰ ਨੇ ਸਾਡੇ ਕੋਲ। ਅੱਛਾ ਅੱਛਾ। ਬਜ਼ੁਰਗ ਵੀ ਬੇਸ ਸੇਵਾਦਾਰ ਕਰਦੇ? ਸਾਰਿਆਂ ਨੇ ਆਪੋ ਆਪਣੀ ਸੇਵਾ ਵੰਡੀ ਹੋਈ ਹੈ। ਅੱਛਾ। ਮਤਲਬ ਸਮਾਗਮ ਜਿਹੜੇ ਨੇ 5 ਵਜੇ ਸ਼ੁਰੂ ਹੋ ਜਾਂਦੇ ਨੇ, ਅੱਛਾ, ਰਾਤ 12-1 ਵਜੇ ਤੱਕ ਚੱਲਦੇ ਨੇ। ਹਾਂ। ਅਸੀਂ ਆਪਣੀ ਜਥੇਬੰਦੀ ਦੇ ਸੇਵਾਦਾਰਾਂ 'ਚ ਵੰਡ ਕੀਤੀ ਹੋਈ ਆ ਵੀ ਕੁਝ ਸੇਵਾਦਾਰ ਐਸੇ ਨੇ ਜਿਹੜੇ ਨੌਕਰੀ ਪੇਸ਼ਾ ਨੇ, 5 ਵਜੇ ਛੁੱਟੀ ਹੋ ਜਾਂਦੀ ਹੈ ਜਿਨ੍ਹਾਂ ਨੂੰ, ਉਹ 6 ਵਜੇ ਸੇਵਾ ਸ਼ੁਰੂ ਕਰ ਲੈਂਦੇ ਨੇ। ਮੇਰੇ ਵਰਗੇ ਸੇਵਾਦਾਰ ਜਿਹੜੇ ਰਾਤ ਲੇਟ ਵਿਹਲੇ ਹੁੰਦੇ ਨੇ, ਉਹ ਰਾਤ 10 ਵਜੇ ਤੋਂ ਬਾਅਦ ਸੇਵਾ ਸੰਭਾਲ ਨਾਲ ਆਪਣਾ ਜਿਹੜਾ ਤੁਹਾਡਾ ਸਾਰਿਆਂ ਦਾ ਕੰਮਕਾਰ ਹੈ। ਪਹਿਲੀ ਸਾਡੀ ਜਿਹੜੀ ਮਕਸਦ ਹੈ ਉਹ ਕਿਰਤ ਕਰਨੀ ਹੈ ਜੀ। ਹਾਂਜੀ ਹਾਂਜੀ। ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਨੂੰ ਉਪਦੇਸ਼ ਹੈ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਿਲਕੁਲ ਬਿਲਕੁਲ। ਸਾਡਾ ਪਹਿਲਾ ਮਕਸਦ ਜਿਹੜਾ ਕਿਰਤ ਕਰਨੀ ਹੈ। ਅਸੀਂ ਲੋਕਾਂ ਨੂੰ ਵੀ ਇਹ ਕਹਿੰਦੇ ਹਾਂ ਕਿਰਤ ਕਰਕੇ ਆਪਣਾ ਵਿਹਲੇ ਹੋ ਕੇ ਫੇਰ ਆਓ ਸੇਵਾ ਦੇ ਵਿੱਚ। ਅੱਛਾ, ਜਿੱਦਾਂ ਤੁਸੀਂ ਬੜੀ ਮਹਾਨ ਸੇਵਾ ਤੁਹਾਡੀ, ਜੋੜਿਆਂ ਦੀ ਸੇਵਾ ਕਰਦੇ ਆ, ਕਈ ਮੁਸ਼ਕਲਾਂ ਵੀ ਆਉਂਦੀਆਂ ਹੋਣਗੀਆਂ,
ਕਿਉਂਕਿ ਪਹਿਲਾਂ ਸਾਰਿਆਂ ਨੇ ਜੋੜੇਖਾਨੇ 'ਚ ਹੀ ਆਉਣਾ। ਹਾਂ, ਮੁਸ਼ਕਲਾਂ ਤੇ ਹਰ ਕੰਮ ਦੇ ਵਿੱਚ ਨੇ ਜੀ। ਹਾਂਜੀ, ਸੇਵਾ ਦੇ ਵਿੱਚ ਰਹਿੰਦੇ ਆ, ਸਾਨੂੰ ਕਈ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਵੀ ਪੈਂਦੀਆਂ ਨੇ। ਜੀ ਜੀ ਜੀ। ਲੋਕ ਇਹ ਸਮਝਦੇ ਨੇ ਪਤਾ ਨਹੀਂ ਇਹ ਵਿਹਲੇ ਨੇ, ਹਾਂਜੀ, ਇਹਨਾਂ ਕੋਲ ਕੋਈ ਕਾਰੋਬਾਰ ਨਹੀਂ। ਹਾਂਜੀ, ਵੀ ਤਾਂ ਹੀ ਜੋੜਿਆਂ 'ਚ। ਆਮ ਲੋਕਾਂ ਦੀ ਇਹ ਧਾਰਨਾ ਵੀ ਗਰੀਬ ਬੰਦਾ ਹੀ ਸੇਵਾ ਕਰਦਾ। ਹਾਂ ਹਾਂ। ਪਰ ਅਸੀਂ ਸੰਗਤਾਂ ਦੇ ਵਿੱਚ ਇਹ ਮੈਸੇਜ ਛੱਡਦੇ ਆ ਵੀ ਸੇਵਾ ਜਿਹੜੀ ਆ ਤਨੋਂ ਮਨੋਂ ਹੁੰਦੀ ਹੈ। ਹਾਂ, ਤਨੋਂ ਮਨੋਂ ਧਨੋਂ ਵੀ ਹੁੰਦੀ ਹੈ। ਜਿਸ ਤਰੀਕੇ ਦੀ ਜਿਹੜਾ ਬੰਦਾ ਸੇਵਾ ਕਰ ਸਕਦਾ ਉਹ ਸੇਵਾ ਕਰੇ। ਤੇ ਸੇਵਾ ਦੇ ਵਿੱਚ ਜਿਹੜਾ ਹੈ ਨਾ ਜੀ, ਮਕਸਦ ਨਿਰਸਵਾਰਥ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਸੇਵਾ ਕਰਨ ਵੇਲੇ ਕੋਈ ਭਾਵਨਾ ਨਹੀਂ ਹੋਣੀ ਚਾਹੀਦੀ ਵੀ ਸਾਡੇ ਮਨ ਦੀ ਭਾਵਨਾ ਕੀ ਹੈ। ਬਿਲਕੁਲ। ਗੁਰੂ ਗੁਰੂ ਘਰੋਂ ਮਿਲਦਾ ਸਭ ਕੁਝ ਹੀ ਹੈ। ਗੁਰੂ ਸਾਹਿਬ ਜਾਣਦੇ ਨੇ ਸਾਨੂੰ ਵੀ ਇਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ। ਅੱਛਾ, ਮੈਂ ਜਿੱਦਾਂ ਫਿਰ ਆਪਾਂ ਗੱਲ ਅੱਗੇ ਵਧਾਈਏ, ਜਿੱਥੇ ਜੋੜਾ ਲਾਣਾ ਕਈ ਵਾਰੀ ਮੁਸ਼ਕਲ ਹੁੰਦਾ, ਭਾਈ ਜਰਾਬਾਂ ਵੀ ਲਾ, ਕੋਈ ਕਹਿੰਦਾ ਮੈਂ ਨਹੀਂ ਜਰਾਬਾਂ ਲਾਣੀਆਂ। ਦੇਖੋ, ਅਸੀਂ ਆਪਣੇ ਤੌਰ ਦੇ ਉੱਤੇ ਸੰਗਤਾਂ ਨੂੰ ਇਹ ਪ੍ਰੇਰਨਾ ਕਰਦੇ ਹਾਂ ਵੀ ਜਿਹੜੀਆਂ ਜੁਰਾਬਾਂ ਨੇ ਇਹ ਜੋੜਿਆਂ ਦਾ ਦੂਜਾ ਰੂਪ ਨੇ। ਅੱਛਾ। ਮੈਂ ਇੱਕ ਵਾਰ ਦੀ ਘਟਨਾ ਵੀ ਤੁਹਾਨੂੰ ਸੁਣਾਸ ਦਿੰਦਾ ਵੀ ਸਾਡੀ ਸੇਵਾ ਕਰਦਿਆਂ ਇੱਕ ਮਾਤਾ ਜੀ ਨੇ ਆ ਕੇ ਸਾਨੂੰ ਸ਼ਾਬਾਸ਼ ਦਿੱਤੀ ਵੀ ਇਹ ਸੇਵਾ ਜਿਹੜੀ ਬਹੁਤ ਉੱਤਮ ਹੈ, ਤੁਸੀਂ ਸੇਵਾ ਕਰ ਰਹੇ ਹੋ। ਜੋੜਿਆਂ ਵਰਗੀ ਮਾੜੀ ਚੀਜ਼ ਕੋਈ ਨਹੀਂ, ਇਹਨੂੰ ਉਤਾਰ ਕੇ ਹੀ ਗੁਰੂ ਘਰ ਜਾਣਾ ਚਾਹੀਦਾ। ਅੱਛਾ। ਉਹਨਾਂ ਨੇ ਨਾਲ ਸਾਨੂੰ ਜੁਰਾਬਾਂ ਬਾਰੇ ਵੀ ਦੱਸ ਦਿੱਤਾ ਵੀ ਜੁਰਾਬਾਂ ਵੀ ਜਿਹੜੀਆਂ ਨੇ ਜੋੜਿਆਂ ਦਾ ਦੂਜਾ ਰੂਪ ਨੇ, ਇਹ ਉਤਾਰ ਕੇ ਹੀ ਜਾਣੀਆਂ ਚਾਹੀਦੀਆਂ ਨੇ। ਅੱਛਾ। ਪਰ ਸਾਡੀ ਅੱਖੀ ਦੇਖੀ ਘਟਨਾ ਵੀ ਉਹਨਾਂ ਨੇ ਜੁਰਾਬਾਂ ਤੇ ਦਿੱਤੀਆਂ ਉਤਾਰ, ਪਰ ਉਤਾਰ ਕੇ ਪਰਸ 'ਚ ਪਾ ਲਈਆਂ ਤੇ ਗੁਰੂ ਘਰ ਦੇ ਅੰਦਰ ਮੱਥਾ ਟੇਕਣ ਚਲੇ ਗਏ। ਪਰ ਜਦੋਂ ਸਾਡੇ ਸੇਵਾਦਾਰਾਂ ਨੇ ਇਸ ਗੱਲ ਨੂੰ ਦੇਖਿਆ ਵੀ ਇਹ ਮਾਤਾ ਜੀ ਹੁਣ ਤੇ ਸਾਨੂੰ ਅਸੀਸ ਦਿੰਦੇ ਸੀ, ਤੇ ਇਹ ਸੇਵਾਦਾਰ ਸਾਡੇ ਪਿੱਛੇ ਗਏ, ਮਾਤਾ ਜੀ ਨੂੰ ਬੁਲਾ ਕੇ ਵਾਪਸ ਲਿਆਂਦਾ। ਫਿਰ ਉਹਨਾਂ ਨੇ ਇਸ ਬਾਰੇ ਦਰਸਾਇਆ ਵੀ ਮਾਤਾ ਜੀ ਵੀ ਜੁਰਾਬਾਂ ਲਾਣਾ ਹੀ ਸਾਡਾ ਫਰਜ਼ ਨਹੀਂ, ਜੁਰਾਬਾਂ ਗੁਰੂ ਘਰ 'ਚ ਜੇ ਅਸੀਂ ਪਰਸ 'ਚ ਪਾ ਕੇ ਲਾਗੇ ਤੇ ਇਹ ਵੀ ਇੱਕ ਗੁਨਾਹ ਹੀ ਹੈ। ਹਾਂਜੀ ਹਾਂਜੀ, ਸਹੀ। ਸੋ ਸੰਗਤਾਂ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਵਾਂ ਆਉਂਦੀਆਂ ਨੇ। ਸਹੀ ਗੱਲ ਤੁਹਾਡੀ। ਅੱਛਾ, ਕਈ ਵਾਰੀ ਇਦਾਂ ਵੀ ਹੁੰਦਾ ਜੋੜਾ ਗੁੰਮ ਗਿਆ, ਕਈ ਪ੍ਰੇਮੀ ਇਸੇ ਵੀ ਝਗੜੇ 'ਚ ਪਏ ਨੇ ਵੀ ਜੋੜਾ ਨਵਾਂ ਲੈ ਕੇ ਦਿਓ, ਪੈਸੇ ਦਿਓ ਜੀ। ਹਾਂਜੀ, ਇਹ ਤੇ ਸਾਲ ਦੇ ਵਿੱਚ ਦੇਖੋ 5-7 ਵਾਰੀ ਘਟਨਾ ਹੋ ਹੀ ਜਾਂਦੀ ਹੈ ਜੀ। ਅਕਸਰ ਵੱਡੇ ਸਮਾਗਮਾਂ ਦੇ ਵਿੱਚ ਕਿਤੇ ਨਾ ਕਿਤੇ ਜੋੜਾ ਗੁੰਮ ਹੋ ਜਾਂਦਾ ਔਰ ਜਥੇਬੰਦੀ ਨੂੰ ਪੈਸੇ ਵੀ ਦੇਣੇ ਪੈਂਦੇ ਨੇ। ਔਰ ਇਹਦੇ ਦਰਮਿਆਨ ਵੀ ਇੱਕ ਘਟਨਾ ਇਸ ਤਰ੍ਹਾਂ ਦੀ ਹੋਈ ਹੈ ਪਿਛਲੇ 2 ਸਾਲ ਪਹਿਲਾਂ। ਇੱਕ ਸੇਵਾਦਾਰ ਮਤਲਬ ਸਾਡੇ ਨਾਲ ਝਗੜਾ ਹੋਇਆ, ਜੋੜੇ ਰੱਖਣ ਵਾਲੇ ਕਹਿਣ ਲੱਗੇ ਵੀ ਸਾਡਾ ਜੋੜਾ ਜਿਹੜਾ ਉਹ ਮੇਰੇ ਭਰਾ ਨੇ ਬਾਹਰੋਂ ਭੇਜਿਆ, ਇਹਦੀ ਕੀਮਤ ਹੈ 4500 ਰੁਪਈਆ। ਅੱਛਾ। ਸਾਡੇ ਸੇਵਾਦਾਰ ਕਹਿਣ ਲੱਗੇ ਵੀ ਹੁਣ ਅਸੀਂ ਕਿਹੜਾ ਦੇਖਿਆ, ਚਲੋ ਗੁੰਮ ਹੋ ਗਿਆ ਸੰਗਤ ਦੇ ਵਿੱਚ, ਪਰ ਨਹੀਂ, ਉਹ ਕਹਿੰਦਾ ਮੈਂ ਪੈਸੇ ਲੈ ਕੇ ਜਾਣੇ ਆ। ਕੁਦਰਤ ਦੀ ਖੇਡ ਉਸ ਵੇਲੇ ਇਸ ਤਰ੍ਹਾਂ ਦੀ ਵਾਪਰੀ ਵੀ ਜਿਹੜੇ ਸਾਡੇ ਸੇਵਾਦਾਰ ਸੇਵਾ ਕਰ ਰਹੇ ਸੀ ਉਹਨਾਂ ਸਾਰੇ 9 ਸੇਵਾਦਾਰਾਂ ਦੇ ਵਿੱਚੋਂ 4500 ਰੁਪਏ ਇਕੱਠਾ ਨਹੀਂ ਕਰ ਸਕੇ। ਵੀ ਕੋਈ ਪੈਸਾ ਨਹੀਂ ਲੈ ਕੇ ਗਿਆ ਘਰੋਂ, ਵੀ ਗਿਆ ਜਿਸ ਤਰ੍ਹਾਂ ਅਚਨਚੇਤ ਚਲੇ ਗਏ। ਪਰ ਚਲੋ ਜਿੰਨੇ ਵੀ ਇਕੱਠੇ ਹੋਏ 3800 ਰੁਪਇਆ ਲਗਭਗ ਅਸੀਂ ਉਸ ਨੂੰ ਦੇ ਦਿੱਤਾ। ਅਗਲੇ ਹੀ ਦਿਨ ਉਸ ਲੜਕੇ ਦੇ ਮਾਂ-ਪਿਓ ਸਾਨੂੰ ਲੱਭਦੇ ਲਭਾਉਂਦੇ ਸਾਡੇ ਕੋਲ ਪਹੁੰਚ ਗਏ ਵੀ ਸਾਡੇ ਬੱਚੇ ਨੇ ਇਹ ਜੋੜਾ ਜਿਹੜਾ 180 ਰੁਪਏ ਦਾ ਰੈਣਕ ਬਾਜ਼ਾਰ ਚੋਂ ਖਰੀਦਿਆ ਸੀ, ਪਰ ਇਹ 3800 ਰੁਪਇਆ ਤੁਹਾਡੇ ਕੋਲੋਂ ਲੈ ਗਿਆ, ਇਹ ਤੁਸੀਂ ਵਾਪਸ ਲਵੋ। ਵੀ ਇਹ ਗੁਰੂ ਘਰ ਦਾ ਪੈਸਾ ਜਿਹੜਾ ਵੀ ਸੇਵਾਦਾਰਾਂ ਦਾ, ਇਹ ਅਸੀਂ ਨਹੀਂ ਰੱਖਣਾ। ਗੁਰੂ ਘਰ ਹਰੇਕ ਤਰ੍ਹਾਂ ਦਾ, ਹਰ ਕਿਸੇ ਦੀ ਭਾਵਨਾ ਦਾ ਇੱਕੋ ਜਿਹਾ ਨਹੀਂ ਹੈਗਾ। ਕਿਸੇ ਦੀ ਭਾਵਨਾ ਕਿਸ ਤਰ੍ਹਾਂ ਦੀ ਹੈ, ਕਿਸੇ ਦੀ ਕਿਸ ਤਰ੍ਹਾਂ ਦੀ ਹੈ। ਹਰਪ੍ਰੀਤ ਸਿੰਘ ਜੀ, ਵੀ ਸੰਗਤਾਂ ਸੁਣਦੀਆਂ ਹੋਣਗੀਆਂ ਵੀ ਅੱਜ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਜੁੱਤੀਆਂ ਜੋੜਿਆਂ ਦੀਆਂ ਗੱਲਾਂ ਕਰੀ ਜਾਂਦੇ ਨੇ, ਪਰ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਮਹਾਨ ਨੇ। ਹੁਣ ਭਾਈ ਗੁਰਦਾਸ ਜੀ ਜਦੋਂ ਆਪਣੀ ਬਾਣੀ 'ਚ ਜੋੜਿਆਂ ਦੀ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਵੀ ਜਿੱਦਾਂ ਰਾਣੀ ਆਉਂਦੀ ਸੀ ਸੰਗਤ ਵਿੱਚ, ਬੜੀ ਮਹਾਨ ਉਹਨਾਂ ਦੀ ਇੱਕ ਮਸ਼ਹੂਰ ਜਿਹੀ ਫੇਮਸ ਜਿਹੜੀ ਉਹ ਬਾਹਰ ਹੈਗੀ ਆ, ਰਾਣੀ ਸੰਗਤ ਵਿੱਚ ਆਉਂਦੀ ਸੀ ਤੇ ਰਾਜਾ ਉਹਦਾ ਇੱਕ ਜੋੜਾ ਚੁੱਕ ਕੇ ਲੈ ਗਿਆ ਵੀ ਘਰ ਆਏਗੀ ਤੇ ਮੈਂ ਪੁੱਛੂੰਗਾ ਵੀ ਤੂੰ ਕਿੱਥੇ ਗਈ ਸੀ। ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ, ਤੇ ਜਦੋਂ ਸੰਗਤ ਨੇ ਕਿਹਾ ਜੋੜਾ ਗਵਾਚ ਗਿਆ ਆ ਵੀ ਰਾਣੀ ਹੁਣ ਘਰ ਜਾਏਗੀ, ਕਲੇਸ਼ ਪਏਗਾ, ਤੇ ਜਦੋਂ ਜੋੜਿਆਂ ਕੋ ਪਹੁੰਚਦੀ ਹੈ ਤੇ ਦੂਜਾ ਜੋੜਾ ਵੀ ਉੱਥੇ ਨਾਲ ਦਾ ਪਿਆ ਹੁੰਦਾ, ਤੇ ਘਰ ਜਦੋਂ ਦੋਨੋਂ ਜੋੜੇ ਪਾ ਕੇ ਜਾਂਦੀ ਹੈ ਤੇ ਰਾਜਾ ਹੈਰਾਨ ਹੁੰਦਾ ਆ ਵੀ ਮੈਂ ਤਾਂ ਜੋੜਾ ਤੇਰਾ ਚੱਕ ਲਿਆ ਆਇਆ ਸੀ ਇੱਕ, ਤੇ ਤੂੰ ਜੋੜੇ ਦੋਨੋਂ ਕਿੱਥੋਂ ਪਾਈ ਫਿਰਦੀ ਆ। ਤੇ ਉਹਨੇ ਕਿਹਾ ਇਹ ਸੰਗਤ ਦੀ ਬਖਸ਼ਿਸ਼ ਹੈ, ਜਿਸ ਘਰ ਵਿੱਚ ਮੈਂ ਗਈ ਆ ਉੱਥੇ ਦੀਆਂ ਰਹਿਮਤਾਂ ਨੇ। ਜਿਵੇਂ ਤੁਸੀਂ ਨਿਮਰਤਾ ਦੀ ਗੱਲ ਕਰਦੇ, ਬਹੁਤ ਚੰਗਾ ਲੱਗਦਾ। ਅੱਜ ਤੁਹਾਨੂੰ ਤਾਂ ਹੀ ਵਿਸ਼ੇਸ਼ ਸੱਦਾ ਦਿੱਤਾ ਵੀ ਤੁਸੀਂ ਮਹਾਨ ਸੇਵਾ ਜੋੜਿਆਂ ਦੀ ਕਰਦੇ ਹੋ। ਗੁਰਮੁਖ ਸੇਵਕ ਦਲ ਦਾ ਜਦੋਂ ਨਾਂ ਲਈਦਾ ਆ, ਇੱਕ ਮਨ 'ਚ ਨਿਮਰਤਾ ਜੀ ਦਾ ਖਿਆਲ ਆ ਜਾਂਦਾ। ਸਾਡੇ ਗੁਰੂ ਸਾਹਿਬਾਨ ਨੇ ਇਹ ਪੂਰਨੇ ਪਾਏ ਨੇ। ਹੁਣ ਗੁਰੂ ਮਹਾਰਾਜ ਇੰਨੇ ਉੱਚੇ ਮਕਾਮ ਤੇ ਗੁਰੂ ਰਾਮਦਾਸ ਜੀ ਬੈਠੇ ਨੇ ਤੇ ਉਹ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।
ਸੋਢੀ ਸਾਹਿਬ ਵੀ ਮੈਂ ਅਕਸਰ ਸਟੇਜਾਂ ਦੇ ਉੱਤੇ ਤੁਹਾਨੂੰ ਇਹ ਸ਼ਬਦ ਗਾਇਨ ਕਰਦਿਆਂ ਸੁਣਿਆ ਜੀ ਜੀ। ਅੱਜ ਜੇ ਇਹ ਤੁਸੀਂ ਇਹ ਸ਼ਬਦ ਦੁਬਾਰਾ ਸੰਗਤਾਂ ਨੂੰ ਸੁਣਾਉਣ ਦੀ ਖੇਚਲ ਕਰੋ ਤਾਂ ਮੇਰੇ ਮਨ ਨੂੰ ਖੁਸ਼ੀ ਹੋਏਗੀ। ਕਿਉਂਕਿ ਸਮਾਂ ਤੇ ਵੈਸੇ ਅੱਜ ਤੁਹਾਡਾ ਹੀ ਆ, ਰੂਬਰੂ ਮੈਂ ਤੁਹਾਨੂੰ ਸੰਗਤਾਂ ਦੇ ਚਲੋ ਸੰਗਤਾਂ ਬਾਰੇ ਵੀ ਲੋਕਾਂ ਨੂੰ ਪਤਾ ਵੀ ਲੱਗ ਜਾਵੇ। ਚਲੋ ਸੋਢੀ ਸਾਹਿਬ ਦਾ ਤੁਸੀਂ ਗਾ ਨਹੀਂ ਸਕਦੇ ਤੇ ਮੈਂ ਗਾਣਾ ਫਿਰ ਹੈ। ਹਾਂਜੀ, ਮੈਂ ਤੁਹਾਨੂੰ ਸੁਣਾਉਣਾ ਤੁਹਾਡੇ ਪਿਆਰ ਵਿੱਚ ਗੁਰਮੁਖ ਸੇਵਕ ਦਲ ਲਈ ਸਦਾ ਸਾਡਾ ਸਿਰ ਝੁਕਦਾ। ਧੰਨਵਾਦ। ਹਮ ਰੁਲਤੇ ਫਿਰਤੇ कोई बात ना पूछता, हम रुलते फिरते कोई बात ना पूछता। ਸਰਦਾਰ ਹਰਪ੍ਰੀਤ ਸਿੰਘ ਜੀ, ਇਹ ਤਾਂ ਹੋ ਗਈ ਜੋੜਿਆਂ ਦੀ ਸੇਵਾ। ਜੋੜਿਆਂ ਦੀ ਸੇਵਾ ਦੇ ਨਾਲ ਨਾਲ ਤੁਹਾਡੀ ਸੁਸਾਇਟੀ ਜਥੇਬੰਦੀ ਹੋਰ ਕਿਹੜੀਆਂ ਸੇਵਾਵਾਂ ਨਿਭਾਉਂਦੀ ਹੈ? ਸਾਡੇ ਜਥੇਬੰਦੀ ਵੱਲੋਂ ਦੇਖੋ ਜੀ, ਜਲੰਧਰ 'ਚ ਕੋਈ ਵੀ ਧਾਰਮਿਕ ਸਮਾਗਮ ਜੀ, ਭਾਵੇਂ ਉਹ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਮੰਦਿਰ ਹੋਵੇ ਜਾਂ ਕੋਈ ਮਸੀਤ ਵਿੱਚ ਵੀ ਸਾਨੂੰ ਸੇਵਾ ਕਰਨ ਨੂੰ ਕਹੇ ਤਾਂ ਸਾਡੇ ਵੱਲੋਂ ਕਿਸੇ ਗੱਲ ਦੀ ਕੋਈ ਇਨਕਾਰੀ ਨਹੀਂ। ਇਹ ਬਹੁਤ ਵਧੀਆ ਜਿਹੜੀ ਤੁਸੀਂ ਸਾਂਝ ਬਣਾ ਕੇ ਰੱਖਦੇ ਹੋ। ਦੂਸਰੇ ਨੰਬਰ ਦੇ ਉੱਤੇ ਜਥੇਬੰਦੀ ਵੱਲੋਂ ਨਗਰ ਕੀਰਤਨਾਂ ਦੇ ਵਿੱਚ ਰਣਜੀਤ ਨਗਾਰੇ ਦੇ ਨਾਂ ਦੇ ਉੱਤੇ ਸੇਵਾ ਕੀਤੀ ਜਾਂਦੀ ਹੈ। ਬਲੱਡ ਡੋਨੇਸ਼ਨ ਕੈਂਪ ਲਗਾਏ ਜਾਂਦੇ ਨੇ, ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਨੇ, ਔਰ ਸਾਰਿਆਂ ਨਾਲੋਂ ਉੱਤਮ ਸੇਵਾ ਪੰਜ ਪਿਆਰਿਆਂ ਦੀ ਸੇਵਾ ਜੋ ਇਸ ਜਥੇਬੰਦੀ ਦੇ ਹਿੱਸੇ ਆਈ। ਸਤਿਗੁਰ ਦੀ ਕਿਰਪਾ ਦੇ ਨਾਲ ਜਲੰਧਰ 'ਚ ਹੋਣ ਵਾਲਾ ਕੋਈ ਵੀ ਧਾਰਮਿਕ ਸਮਾਗਮ ਜੀ, ਉਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਜਥੇਬੰਦੀ ਵੱਲੋਂ ਪੂਰੇ ਤਰੀਕੇ ਨਾਲ ਕੀਤੀ ਜਾਂਦੀ ਹੈ। ਕੰਟਰੋਲ ਦੀ ਸੇਵਾ ਨਗਰ ਕੀਰਤਨਾਂ ਦੇ ਵਿੱਚ ਅਕਸਰ ਸੇਵਾ ਨਿਭਾਈ ਜਾਂਦੀ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਹਰਵੱਲਭ ਸੰਗੀਤ ਸੰਮੇਲਨ ਜੋ ਜਲੰਧਰ ਦਾ ਬਹੁਤ ਵੱਡਾ ਸੰਮੇਲਨ ਹੈ, ਉਹ ਪਿਛਲੇ ਤਕਰੀਬਨ 9 ਸਾਲ ਤੋਂ ਅਸੀਂ ਇਹ ਸੇਵਾ ਕਰ ਰਹੇ ਹਾਂ। ਵਾਹ ਵਾਹ। ਅੱਛਾ, ਇਹ ਬਹੁਤ ਵਧੀਆ ਤੁਹਾਡੇ ਵਿੱਚ ਗੱਲ ਹੈ ਵੀ ਉਹ ਜਿਹੜੇ ਮਨ ਵਿੱਚ ਤੁਸੀਂ ਮੈਲ ਨਹੀਂ ਰੱਖਦੇ ਵੀ ਹਿੰਦੂ ਨੇ ਬੁਲਾਇਆ ਜਾਂ ਮੁਸਲਮਾਨ ਨੇ ਬੁਲਾਇਆ ਉੱਥੇ ਨਹੀਂ ਜਾਣਾ। ਇੱਕ ਸਾਂਝੀਵਾਲਤਾ ਦਾ ਉਪਦੇਸ਼ ਤੁਸੀਂ ਦੇਣ ਚਲੇ ਜਾਂਦੇ ਹੋ ਆਪਣੇ ਆਪ 'ਚ ਹੀ। ਦੇਖੋ ਜੀ, ਵੀ ਗੁਰੂ ਨਾਨਕ ਦਾ ਘਰ ਸਾਰਿਆਂ ਲਈ ਖੁੱਲਾ ਆ। ਜਦੋਂ ਗੱਲ ਹੀ ਜੋੜਿਆਂ ਦੀ ਆ ਗਈ, ਹਾਂਜੀ ਹਾਂਜੀ, ਫਿਰ ਇਨਸਾਨ ਵੱਲ ਤੇ ਵੇਖਿਆ ਹੀ ਨਹੀਂ ਜਾਂਦਾ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ। ਅੱਛਾ, ਮੈਂ ਪਲੱਸ ਮਾਈਨਸ ਦੀ ਕੋਈ ਗੱਲ ਨਹੀਂ ਰਹਿ ਜਾਂਦੀ ਜੀ, ਸਿਰਫ ਸੇਵਾ। ਮੈਂ ਹੋਰ ਵੀ ਇੱਥੇ ਗੱਲ ਕਰਾਂ, ਮੈਂ ਜੋੜਿਆਂ ਦੀ ਗੱਲ ਆ ਗਈ। ਹੁਣ ਸਾਰੇ ਲੋਕੀ ਤੇ ਜੁੱਤੀਆਂ ਹੀ ਕਹਿੰਦੇ ਨੇ, ਪਰ ਜਦੋਂ ਗੁਰਦੁਆਰੇ ਆ ਜਾਂਦੀਆਂ ਇਹ ਜੋੜੇ ਬਣ ਜਾਂਦੀਆਂ ਨੇ, ਕਿਉਂਕਿ ਜੋੜਨ ਵਾਲਿਆਂ ਦੇ ਘਰ ਆ ਗਈਆਂ। ਅੱਜ ਜੋੜਨ ਵਾਲਾ ਫਿਰ ਤੋੜਨ ਵਾਲੀ ਗੱਲ ਕਰੇ, ਮੈਂ ਨਹੀਂ ਮੰਦਿਰ 'ਚ ਜੋੜੇ ਖਾਨੇ 'ਚ ਜਾਣਾ, ਹਨਾ। ਜੋੜੇ ਸਤਿਕਾਰ ਨੇ ਜੀ। ਜੀ ਜੀ। ਜੁੱਤੀਆਂ ਉਦੋਂ ਨੇ ਜਦੋਂ ਇਹ ਦੁਕਾਨ ਤੇ ਨੇ। ਹਾਂਜੀ ਹਾਂਜੀ। ਜਦੋਂ ਗੁਰੂ ਘਰ 'ਚ ਆ ਗਈਆਂ ਇਹ ਜੋੜਿਆਂ ਦਾ ਰੂਪ ਹੋ ਗਿਆ। ਬਿਲਕੁਲ ਬਿਲਕੁਲ। ਤੇ ਮੈਂ ਇਹ ਵੀ ਮੈਨੂੰ ਪਤਾ ਵੀ ਇਲਾਕੇ ਵਿੱਚ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਵਿੱਚ ਵੀ ਤੁਹਾਡੇ ਜਿਹੜੇ ਸਮਾਗਮ ਉਹ ਚੱਲਦੇ ਰਹਿੰਦੇ ਨੇ, ਤੇ ਕਿਹੜੇ ਇਲਾਕਿਆਂ 'ਚ ਤੁਸੀਂ ਜਿਹੜੇ ਸਫਲ ਪ੍ਰੋਗਰਾਮ ਕੀਤੇ ਨੇ? ਅਸੀਂ ਲੁਧਿਆਣੇ ਵਿੱਚ ਵੀ ਕਈ ਵਾਰ ਸੇਵਾ ਕੀਤੀ ਜੀ। ਹਾਂਜੀ ਹਾਂਜੀ। ਔਰ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਬੇ ਨਾਨਕੀ ਜੀ, ਹਾਂਜੀ, ਜਿੱਥੇ 2, 3, 4 ਅਪ੍ਰੈਲ ਨੂੰ ਸਾਲਾਨਾ ਸਮਾਗਮ ਮਨਾਇਆ ਜਾਂਦਾ ਬੇਬੇ ਨਾਨਕੀ ਜੀ ਦੀ ਯਾਦ ਵਿੱਚ। ਉਸ ਸਮਾਗਮ ਦੇ ਵਿੱਚ ਅਸੀਂ ਤਕਰੀਬਨ 10 ਤੋਂ 11 ਸਾਲ ਸੇਵਾ ਕਰਨ ਜਾਂਦੇ ਰਹੇ ਜੀ। ਜਦੋਂ ਅਸੀਂ ਇਹ ਦੇਖਿਆ ਕਿ ਹੁਣ ਉੱਥੇ ਦੇ ਨੌਜਵਾਨ ਵੀਰਾਂ ਨੇ ਇਹ ਸੇਵਾ ਦਾ ਚਾਅ ਉਹਨਾਂ ਦੇ ਅੰਦਰ ਵੀ ਪੈਦਾ ਹੋ ਗਿਆ, ਤੇ ਅਸੀਂ ਇਹ ਸੇਵਾ ਉਹਨਾਂ ਨੂੰ ਸੌਂਪ ਦਿੱਤੀ ਵੀ ਹੁਣ ਤੁਸੀਂ ਇਹ ਸੇਵਾ ਕਰੋ। ਔਰ ਅਸੀਂ ਲੋਕਾਂ ਨੂੰ ਇਹ ਮੈਸੇਜ ਦਿੰਦੇ ਹਾਂ ਵੀ ਇਹ ਸੇਵਾ ਜਿਹੜੀ ਹੈ ਉੱਤਮ ਸੇਵਾ, ਸਾਰੇ ਹੀ ਗੁਰੂ ਘਰ ਜਾ ਕੇ ਸੇਵਾ ਕਰੋ, ਪਰ ਜੋੜਿਆਂ ਦੀ ਸੇਵਾ ਦੇ ਵਿੱਚ ਰਹਿਣ ਕਰਕੇ ਤੁਹਾਡੇ ਨਿਮਰਤਾ ਆਏਗੀ, ਤੁਹਾਡਾ ਰਹਿਣ ਸਹਿਣ ਬਦਲੇਗਾ। ਠੀਕ ਠੀਕ। ਜਦੋਂ ਤੁਸੀਂ ਜੋੜਿਆਂ ਦੇ ਵਿੱਚ ਬਹਿ ਕੇ ਕਰਦੇ ਹੋ ਨਾ, ਫਿਰ ਤੁਹਾਡੇ ਵਿੱਚੋਂ ਹਉਮੈ ਜਾਂਦੀ ਹੈ, ਤੇ ਹਉਮੈ ਜਾਣ ਨਾਲ ਤੁਹਾਡੇ ਘਰਾਂ ਦੇ ਪਰਿਵਾਰਾਂ ਦੇ ਜਿਹੜੇ ਆਪਸੀ ਰੁਝੇਵੇਂ ਨੇ, ਪਰਿਵਾਰਾਂ ਦਾ ਮਿਲਵਰਤਨ ਹੈ, ਉਹ ਵਧੀਆ ਢੰਗ ਨਾਲ ਹੋਏਗਾ। ਕਿਉਂਕਿ ਜਦੋਂ ਮਨ 'ਚ ਨਿਮਰਤਾ ਆ ਗਈ ਫਿਰ ਤੁਹਾਡੇ ਸਹਿਣਸ਼ੀਲਤਾ ਹੋਏਗੀ। ਬਿਲਕੁਲ ਬਿਲਕੁਲ। ਸਬਰ ਸੰਤੋਖ ਵਾਲਾ ਜੀਵਨ ਉਹ ਬਣੇਗਾ। ਮੈਨੂੰ ਪਤਾ ਜਦੋਂ ਮੈਂ ਭਲੋ ਰੇ ਕੀਰਤਨੀਆਂ ਪ੍ਰੋਗਰਾਮ ਤੁਹਾਡੇ ਜਲੰਧਰ ਸ਼ਹਿਰ 'ਚ ਕਰਾਇਆ, ਤੇ ਉਹਦੇ ਵਿੱਚ ਬਹੁਤ ਭਾਰੀ 70-80 ਹਜ਼ਾਰ ਦਾ ਇਕੱਠ ਸੀ, ਪਰ ਉਹ ਸਾਰਾ ਤੁਸੀਂ ਸਾਂਭਿਆ। ਮੈਂ ਨਿਚਿੰਤ ਸੀ ਵੀ ਗੁਰਮੁਖ ਸੇਵਕ ਦਲ ਨੇ ਸਾਰਾ ਸਾਂਭ ਲਿਆ। ਸਾਹਿਬ ਵੀ ਇਹ ਤੇ ਤੁਸੀਂ ਮਾਣ ਦਿੱਤਾ ਸਾਨੂੰ। ਹਾਂਜੀ ਹਾਂਜੀ। ਤੇ ਜਥੇਬੰਦੀ ਨੇ ਵੀ ਤੁਹਾਡਾ ਕਿਹਾ ਸਿਰ ਮੱਥੇ, ਜੋ ਤੁਸੀਂ ਕਿਹਾ ਅਸੀਂ ਉਸ ਨਾਲੋਂ ਜ਼ਿਆਦਾ ਕੋਸ਼ਿਸ਼ ਕੀਤੀ। ਬਿਲਕੁਲ। ਵੀ ਇਹ ਪ੍ਰੋਗਰਾਮ ਜਿਹੜਾ ਤੁਹਾਡਾ ਨਹੀਂ, ਇਹ ਸਾਡਾ ਹੈ। ਮੈਨੂੰ ਭੁੱਲਦਾ ਨਹੀਂ, ਇਦਾਂ ਲੱਗਦਾ ਵੀ ਉਹ ਮੇਰਾ ਇੱਕ ਬਹੁਤ ਕਾਮਯਾਬ ਪ੍ਰੋਗਰਾਮ ਸੀ, ਔਰ ਬਹੁਤ ਦੂਰੋਂ ਲੋਕੀ ਆਏ ਸੀ, ਤੇ ਉਹਨਾਂ ਸਾਰਿਆਂ ਨੂੰ ਤੁਸੀਂ ਕਿਵੇਂ ਸਾਂਭ ਲਿਆ। ਤੁਹਾਡਾ ਸਾਰਾ ਕੁਝ ਕਰਾਉਣ ਵਾਲੇ ਸਤਿਗੁਰ ਆਪ ਹੀ ਨੇ ਜੀ। ਹਾਂਜੀ ਹਾਂਜੀ। ਸਤਿਗੁਰ ਦੀ ਬਖਸ਼ਿਸ਼ ਨਾਲ ਹੀ ਹੁੰਦਾ ਜੋ ਵੀ ਹੈ। ਇਨਸਾਨ ਕਰਨ ਵਾਲਾ ਕੁਝ ਨਹੀਂ।
ਇੱਕ ਮੈਨੂੰ ਪਤਾ ਲੱਗਾ ਸੀ ਤੁਸੀਂ ਬਹੁਤ ਕਈ ਦਿਨਾਂ ਦਾ ਇੱਕ ਸਮਾਗਮ ਚਲਾਇਆ ਸੀ, ਜਿਹਦੇ ਬਦਲੇ ਤੁਹਾਨੂੰ ਦਰਬਾਰੇ ਸਰਕਾਰੇ ਵੀ ਆਦਰ ਮਾਣ ਮਿਲਿਆ। ਸਤਿਗੁਰ ਦੀ ਕਿਰਪਾ ਨਾਲ ਜੀ ਵੀ ਸਾਡੀ ਜਥੇਬੰਦੀ ਦੀ ਇੱਕ ਮੀਟਿੰਗ ਹੋਈ 2004 ਦੇ ਵਿੱਚ। ਜੀ ਜੀ। 2004 ਦੀਆਂ ਸ਼ਤਾਬਦੀਆਂ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਸਾਹਿਬ ਵਿਖੇ, ਜੋ ਬਹੁਤ ਹੀ ਵੱਡੀ ਪੱਧਰ ਤੇ ਮਨਾਇਆ ਗਿਆ ਜੀ। ਸਾਡੇ ਸੇਵਾਦਾਰਾਂ ਦੇ ਮਨ ਦੇ ਵਿੱਚ ਚਾਅ ਸੀ ਵੀ ਸੰਗਤਾਂ ਦੀ ਸੇਵਾ ਜੋੜਿਆਂ ਦੇ ਨਾਲ ਨਾਲ ਲੰਗਰ ਇਤਿਆਦ ਨਾਲ ਵੀ ਕੀਤੀ ਜਾਵੇ ਜੀ। ਜਿਹੜੀ ਸੰਗਤ ਦੇਸ਼ੋਂ ਵਿਦੇਸ਼ੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਹੈ, ਅਸੀਂ ਉਸ ਦੇ ਉਪਰਾਲੇ ਵਜੋਂ ਪਹਿਲਾ ਲੰਗਰ ਦਾ ਪ੍ਰਬੰਧ ਬੇਦੀਪੁਰ ਫਾਟਕ ਜਲੰਧਰ ਵਿਖੇ ਸੰਗਤਾਂ ਦੀ ਸੇਵਾ ਵਾਸਤੇ ਲਗਾਤਾਰ 3 ਦਿਨ ਦਿਨ ਰਾਤ ਚਲਾਇਆ। ਇਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਇਆ। ਉਸੇ ਸਾਲ 'ਚ 3 ਸ਼ਤਾਬਦੀਆਂ, ਔਰ 3 ਸ਼ਤਾਬਦੀਆਂ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਸੰਗਤਾਂ ਦੇ ਵਿੱਚ 2007 ਨੂੰ 300 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਜੀ, ਉਸ ਸੰਬੰਧ ਵਿੱਚ ਵਿਚਾਰ ਬਣਿਆ ਤੇ ਦਾਸ ਦੇ ਮਨ ਦੇ ਵਿੱਚ ਇੱਕ ਸ਼ੌਂਕ ਸੀ ਵੀ 8 ਜਾਂ 10 ਦਿਨ ਦਾ ਕੋਈ ਸਮਾਗਮ ਕਰਨਾ ਹੈ। ਜਦੋਂ ਮੈਂ ਉਸ ਸਮਾਗਮ ਦੀ ਰੂਪਰੇਖਾ ਬਣਾਉਣ ਵਾਸਤੇ ਵਿਚਾਰ ਮਨ 'ਚ ਲਿਆਂਦੀ ਤੇ ਮੈਂ ਰਾਤ ਗੁਰਦੁਆਰਾ ਸਾਹਿਬ ਗਿਆ ਤੇ ਦਾਸ ਦੇ ਪ੍ਰੇਰਨਾ ਸਰੋਤ ਸਵਾਮੀ ਸ਼ਾਂਤਾਨੰਦ ਜੀ, ਜੋ ਸਾਡੀ ਜਥੇਬੰਦੀ ਦੇ ਸਰਪ੍ਰਸਤ ਵੀ ਨੇ, ਉਹਨਾਂ ਨਾਲ ਵਿਚਾਰ ਕੀਤੀ ਵੀ ਇੱਕ ਸਮਾਗਮ ਕਰਨਾ ਹੈ 8 ਜਾਂ 10 ਦਿਨ ਦਾ। ਉਹਨਾਂ ਨੇ ਸਹਿਜੇ ਸੁਭਾਅ ਇੱਕ ਗੱਲ ਕੀਤੀ ਵੀ ਤੁਹਾਡਾ ਕੀਰਤਨੀ ਜਥਿਆਂ ਨਾਲ ਪਿਆਰ ਹੈ, ਸੰਗਤਾਂ ਤੁਹਾਡੇ ਨਾਲ ਨੇ, ਤੁਸੀਂ ਭਾਵੇਂ 40 ਦਿਨ ਦਾ ਸਮਾਗਮ ਕਰ ਲਓ। ਵੀ ਦਾਸ ਜਦੋਂ ਘਰ ਆ ਗਿਆ ਇਤਨੀ ਗੱਲ ਤੋਂ ਬਾਅਦ ਆ ਕੇ ਵਿਚਾਰ ਕੀਤੀ, 40 ਦਿਨ ਮਹਾਂਪੁਰਖਾਂ ਨੇ ਕਿਹਾ, ਇਹ 40 ਦਿਨ ਦਾ ਕੀ ਮਹੱਤਵ ਹੋਏਗਾ। ਸੋਚਦੇ ਸੋਚਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 36 ਮਹਾਂਪੁਰਖਾਂ ਦੀ ਬਾਣੀ ਹੈ। ਬਿਲਕੁਲ ਬਿਲਕੁਲ। ਜੇ ਅਸੀਂ ਇਹ ਸਮਾਗਮ 36 ਦਿਨ ਦਾ ਉਲੀਕ ਲਈਏ ਤਾਂ ਦੁਬਾਰਾ ਵਿਚਾਰ ਕੀਤੀ ਗਈ। ਮਹਾਂਪੁਰਖਾਂ ਨੂੰ ਕਿਹਾ ਵੀ ਇਹ 36 ਦਿਨਾਂ ਦਾ ਜਿਹੜਾ ਸਮਾਗਮ ਹੈ, ਇੱਕ ਦਿਨ ਦਾ ਸਾਰਿਆਂ ਨੂੰ ਸਮਰਪਿਤ ਕੀਤਾ ਜਾਵੇ। ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ। ਦਾਸ ਨੇ ਕੁਝ ਜਲੰਧਰ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਸਲਾਹ ਮਸ਼ਵਰਾ ਕੀਤਾ। ਸਭ ਦੀ ਹੌਸਲਾ ਅਫਜ਼ਾਈ ਨਾਲ ਉਹ ਸਮਾਗਮ 37 ਦਿਨ ਦਾ, 36 ਦਿਨ ਸਾਰੇ ਮਹਾਂਪੁਰਖਾਂ ਦਾ ਅਲੱਗ-ਅਲੱਗ ਤੇ 37ਵਾਂ ਸਮਾਗਮ ਸਾਂਝੇ ਤੌਰ ਦੇ ਉੱਤੇ ਜਲੰਧਰ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ। ਬਹੁਤ ਵੱਡੀ ਗਿਣਤੀ ਸੰਗਤਾਂ ਨੇ ਉਹਦੇ ਵਿੱਚ ਜਿਹੜਾ ਹਿੱਸਾ ਲਿਆ ਤੇ ਸਹਿਜ ਪਾਠ ਵੀ ਇਦਾਂ ਵੀ ਕੁਝ ਮੈਂ ਸੁਣਿਆ ਸੀ ਵੀ ਨਾਲ। ਹਾਂਜੀ, ਉਹ 37 ਦਿਨਾਂ ਤੋਂ ਬਾਅਦ 37 ਦਿਨਾਂ ਦਾ ਸਮਾਗਮ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਬਾਰੇ ਦੱਸ ਦਿੰਦਾ। ਜਦੋਂ ਅਸੀਂ ਉਹ 37 ਦਿਨਾਂ ਸਮਾਗਮ ਦਾ ਪ੍ਰਚਾਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕੀਤਾ, ਦਰਬਾਰ ਸਾਹਿਬ ਵਿਖੇ ਇੱਕ ਹੋਰਡਿੰਗ ਲੱਗਾ ਸੀ ਸਾਡੇ ਉਸ ਸਮਾਗਮ ਦਾ। ਬੀਬੀ ਸੁਰਿੰਦਰ ਕੌਰ ਬਾਦਲ ਹੋਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ। ਉਹਨਾਂ ਨੇ ਜਦੋਂ ਉਹ ਸਮਾਗਮ ਦਾ ਹੋਰਡਿੰਗ ਦੇਖਿਆ, ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ, ਜਿਨ੍ਹਾਂ ਦੇ ਬੀਬੀ ਮਹਿੰਦਰ ਕੌਰ ਜੀ ਸਾਡੇ ਜਲੰਧਰ ਤੋਂ, ਵੀ ਇਹ ਜਲੰਧਰ ਦੀ ਸੰਸਥਾ ਹੈ ਤੇ ਇਹ ਸਮਾਗਮ 37 ਦਿਨ ਦਾ ਕਿਸ ਤਰ੍ਹਾਂ ਦਾ, ਇਸ ਬਾਰੇ ਪਤਾ ਕਰੋ। ਤੇ ਦਾਸ ਨੂੰ ਉੱਥੋਂ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਮਿਲਣ ਬਾਰੇ ਇੱਛਾ ਜ਼ਾਹਿਰ ਕੀਤੀ। ਮੈਂ ਜਲੰਧਰ ਵਿਖੇ ਜਦੋਂ ਆਏ ਉਹਨਾਂ ਨੂੰ ਮਿਲਿਆ। ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਵੀ ਮਾਝੇ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ 1 ਜਾਂ 2 ਦਿਨ ਦਾ, ਸਾਡੇ ਜਥੇਦਾਰਾਂ ਕੋਲੋਂ ਤੇ ਉਹੀ ਨਹੀਂ ਸਾਂਭ ਹੁੰਦਾ, ਤੁਸੀਂ ਇਹ 37 ਦਿਨ ਦਾ ਸਮਾਗਮ। ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਅਸੀਂ ਨਹੀਂ, ਇਹ ਸਾਰਾ ਕੰਮ ਸਤਿਗੁਰ ਆਪ ਕਰਵਾ ਰਹੇ ਨੇ। ਇਸ ਅਸੀਂ ਕੌਣ ਹੁੰਨੇ ਆ ਕਰਨ ਵਾਲੇ? ਐਡਾ ਵੱਡਾ ਸਮਾਗਮ ਦਾ ਉਪਰਾਲਾ ਸਤਿਗੁਰ ਦੀ ਕਿਰਪਾ ਨਾਲ ਹੀ ਕੀਤਾ ਜਾ ਸਕਦਾ। ਉਸ ਤੋਂ ਬਾਅਦ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਪ੍ਰੇਰਨਾ ਜੋ ਲੋਕਾਂ ਨੂੰ ਉਹਨਾਂ ਨੇ ਦਿੱਤੀ ਸਹਿਜ ਪਾਠ ਦੀ, ਉਸ ਸਹਿਜ ਪਾਠ ਦੇ ਸੰਬੰਧ ਵਿੱਚ ਸਾਡੇ ਮਨ ਦੇ ਵਿੱਚ ਵੀ ਇਹ ਉਪਰਾਲਾ ਕਰਨ ਦਾ ਹੀ ਆਇਆ। ਅਸੀਂ 300 ਦਿਨ ਦਾ ਸਮਾਗਮ ਉਲੀਕ ਦਿੱਤਾ। ਜਿਸ ਦਿਨ ਇੱਕ ਦਿਨ ਅਸੀਂ ਪਾਠ ਆਰੰਭ ਕਰਦੇ ਸਾਂ ਸਹਿਜ ਪਾਠ, 5ਵੇਂ ਦਿਨ ਉਸ ਦੀ ਸਮਾਪਤੀ ਕਰਕੇ ਤੇ ਕੀਰਤਨ ਦੀਵਾਨ ਕਰਦੇ ਸਾਂ, ਜਿਸ ਦੇ ਵੱਖ-ਵੱਖ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਔਰ ਇਹ ਸਾਰੇ ਸਮਾਗਮ ਜਿਹੜੇ ਨੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਸਾਹਿਬ ਜੀ ਤੁਹਾਡੇ ਸਹਿਯੋਗ ਤੇ ਸਮੂਹ ਪੰਥ ਦੇ ਕੀਰਤਨੀ ਜਥਿਆਂ ਦੇ ਸਹਿਯੋਗ ਦੇ ਨਾਲ ਹੀ ਹੋਏ ਨੇ। ਧੰਨਵਾਦ ਆ ਤੁਹਾਡਾ, ਤੁਸੀਂ ਸਹਿਯੋਗ ਲੈਂਦੇ ਹੋ ਤੇ ਸਹਿਯੋਗ ਦੇਣ ਦੇ ਤੁਸੀਂ ਲਾਇਕ ਹੋ, ਤਾਂ ਹੀ ਸਾਰੇ ਕੀਰਤਨੀ ਤੁਹਾਡੇ ਨਾਲ ਜੁੜੇ ਹੋਏ ਨੇ। ਹੁਣ ਮੈਂ ਗੱਲ ਕਰਾਂ, ਇੱਕ ਤੁਸੀਂ ਡਾਇਰੀ ਵੀ ਬਣਾਈ ਸੀ, ਮੈਂ ਦੇਖਿਆ ਬੜੀ ਖੂਬਸੂਰਤ ਡਾਇਰੀ ਸੀ।
ਮੈਂ ਕਿਤੇ ਫੋਰਨ ਵਿੱਚ ਬਾਹਰ ਗਿਆ, ਮੈਨੂੰ ਕਹਿਣ ਲੱਗੇ ਜੀ ਇਹੋ ਜਿਹੀ ਡਾਇਰੀ ਸਾਨੂੰ ਹੋਰ ਭੇਜੋ ਇੰਡੀਆ ਤੋਂ। ਤਾਂ ਉਹਦੇ 'ਚ ਸਾਰੇ ਸਾਲ ਦਾ ਲਿਖਿਆ ਹੋਇਆ ਸੀ ਵੀ ਕਿਹੜੇ ਦਿਨ ਕੀ ਹੋਇਆ, ਸਾਰੇ ਰਾਗੀਆਂ ਦੇ ਐਡਰੈਸ ਦਿੱਤੇ ਹੋਏ ਸੀ, ਫੋਨ ਦਿੱਤੇ ਹੋਏ ਸੀ, ਬਹੁਤ ਖੂਬਸੂਰਤ ਇੱਕ ਚੀਜ਼ ਬਣੀ ਹੋਈ ਸੀ। ਹਾਂਜੀ, ਉਹਦੀ ਪ੍ਰੇਰਨਾ ਜਿਹੜੀ ਹੈ ਜੀ ਮੈਂ ਨਾ ਦਮਦਮੀ ਟਕਸਾਲ ਤੋਂ ਲਈ ਸੀ ਜੀ। ਅੱਛਾ ਜੀ। ਦਮਦਮੀ ਟਕਸਾਲ ਨੇ ਆਪਣੀ ਇਤਿਹਾਸਕ ਡਾਇਰੀ ਬਣਾਈ ਸੀ ਅੱਛਾ ਸੰਨ 2000 ਦੇ ਵਿੱਚ। ਅੱਛਾ ਜੀ। ਉਸ ਤੋਂ ਪ੍ਰੇਰਨਾ ਲੈ ਕੇ ਮੈਂ ਉਹਦੇ ਵਿੱਚ ਐਡੀਸ਼ਨ ਕਰਕੇ ਵੀ ਲੋਕਾਂ ਦੀ ਸਹੂਲਤ ਵਾਸਤੇ ਹਾਂਜੀ ਕੀਰਤਨੀ ਜਥਿਆਂ ਦੇ ਉਹਦੇ ਵਿੱਚ ਪੂਰੇ ਐਡਰੈਸ, ਫੋਨ ਨੰਬਰ ਅੱਛਾ ਦੇ ਕੇ ਉਸ ਡਾਇਰੀ ਨੂੰ ਪ੍ਰਕਾਸ਼ਿਤ ਕੀਤਾ। ਹਾਂ ਦਾਸ ਨੂੰ ਬਹੁਤ ਮਾਨ ਸਨਮਾਨ ਵਜੋਂ ਵੀ ਉਹ ਵਾਹ ਬਾਹਰ ਦੇਸ਼ ਵਿਦੇਸ਼ ਤੋਂ ਬਹੁਤ ਫੋਨ ਬਹੁਤ ਆਏ, ਸੰਗਤਾਂ ਬਹੁਤ ਬਹੁਤ ਜਗ੍ਹਾ like ਡਾਇਰੀ ਕੀਤਾ। ਪਹੁੰਚਾਈ ਵੀ ਗਈ ਹਾਂਜੀ ਹਾਂਜੀ ਬਿਨਾਂ ਕਿਸੇ ਖਰਚੇ ਤੋਂ। ਹਾਂ ਹਾਂ ਕਿਉਂਕਿ ਫੋਰਨ ਵਿੱਚ ਚਾਹੁੰਦੇ ਨੇ ਰਾਗੀਆਂ ਨਾਲ ਸੰਪਰਕ ਕਰੀਏ, ਉਹਨਾਂ ਕੋਲ ਇੱਕ ਡਾਇਰੀ ਨਹੀਂ ਹੁੰਦੀ। ਔਰ ਇੱਕ ਗੱਲ ਮੈਂ ਖਾਸ ਇੱਥੇ ਆਪ ਜੀ ਨੂੰ ਦੱਸਣੀ ਚਾਹਾਂਗਾ, ਉਹ ਡਾਇਰੀ ਹਾਂ। ਜਿਸ ਕਿਸੇ ਵੀ ਵਿਅਕਤੀ ਕੋਲ ਹੈ ਹਾਂ। ਉਹ ਅੱਜ ਵੀ ਉਹ ਲਿਖਣ ਦੇ ਕੰਮ 'ਚ ਨਹੀਂ ਲਿਆਂਦੀ ਕਿਸੇ ਨੇ। ਬਿਲਕੁਲ ਉਹ ਸਹੀ ਸਾਰੇ ਨੇ ਅਲਮਾਰੀ 'ਚ ਸਾਂਭ ਕੇ ਰੱਖੀ ਸਾਂਭ ਹੈ ਕੇ ਸਿਰਫ ਰੱਖੀ। ਪੜ੍ਹਨ ਵਾਸਤੇ। ਬਿਲਕੁਲ ਬਿਲਕੁਲ। ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਉਹ ਡਾਇਰੀ ਬਣਾਈ ਸੀ, ਉਹ ਇੱਕ ਵਿਲੱਖਣ ਬਾਤ ਸੀ। ਹੋਰ ਵੀ ਕੋਈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਸੀ ਜਾਂ ਕਰ ਰਹੇ ਹੋ? ਹਾਂ, ਦਾਸ ਵੱਲੋਂ ਕੁਛ ਨਾ ਕੁਛ ਧਾਰਮਿਕ ਕੰਮਾਂ ਦੇ ਵਿੱਚ ਰੁਚੀ ਜੀ ਜੀ ਜੀ। ਵੀ ਕੋਈ ਨਵਾਂ ਹਾਂਜੀ। ਕਰਕੇ ਸਾਰਿਆਂ ਨਾਲੋਂ ਪਹਿਲਾਂ ਅਸੀਂ 10 ਗੁਰੂ ਸਾਹਿਬਾਨ ਦਾ ਜੀਵਨ ਬਿਉਰਾ, ਜੋ ਅੱਜ ਜਲੰਧਰ ਤੋਂ ਆਲੇ ਦੁਆਲੇ ਬਹੁਤ ਹੀ ਸ਼ਹਿਰਾਂ ਦੇ ਵਿੱਚ ਅੱਛਾ ਲੱਗਾ ਕਲਰਡ ਤਰੀਕੇ ਦੇ ਨਾਲ। ਸਾਰਿਆਂ ਨਾਲੋਂ ਪਹਿਲਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਵੱਲੋਂ ਉਹ ਪ੍ਰਕਾਸ਼ਿਤ ਹੋਇਆ ਸੀ 10 ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਦਾ। ਵੀ ਸੰਗਤਾਂ ਦੇ ਵਿੱਚ ਅਸੀਂ ਇਸ ਧਾਰਮਿਕ ਗਤੀਵਿਧੀਆਂ ਦੇ ਤਹਿਤ ਜੀ ਜੀ। ਪੰਜਾਬੀ ਕੈਲੰਡਰ, ਅੱਛਾ ਊੜਾ ਐੜਾ ਈੜੀ ਸੱਸਾ ਹਾਹਾ ਦਾ ਅੱਛਾ ਅੱਛਾ ਧਾਰਮਿਕ ਸਾਰੀਆਂ ਫੋਟੋਆਂ ਦੇ ਨਾਲ ਅੱਛਾ ਪ੍ਰਕਾਸ਼ਿਤ ਕੀਤਾ, ਵਾਹ ਜੋ ਸੰਗਤਾਂ ਨੇ ਬਹੁਤ ਹੀ ਸਲਾਹਿਆ, ਜੀ ਜੀ। ਲੋਕਾਂ ਨੇ ਪਸੰਦ ਵੀ ਕੀਤਾ। ਔਰ ਸਾਡੇ ਇਸ ਉਪਰਾਲੇ ਤੋਂ ਬਾਅਦ ਹਾਂ ਹਾਂ ਸੰਗਤਾਂ ਨੇ ਉਹਨੂੰ ਆਪਣੇ ਤਰੀਕੇ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਵਾਹ। ਅੱਜ ਕਾਇਦੇ ਛਪਣੇ ਸ਼ੁਰੂ ਹੋ ਗਏ। ਹਾਂ ਮੈਂ ਦੇਖੇ ਬਾਹਰ ਉਸੇ ਆਧਾਰ ਦੇ ਉੱਤੇ ਛਪੇ ਕਹਦੇ WhatsApp ਦੇ ਉੱਤੇ, YouTube ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਹਰ ਕਿਸੇ ਨੇ ਆਪੋ ਆਪਣੀ ਮੈਂ ਮਰਜ਼ੀ ਤੁਹਾਨੂੰ ਇਹ ਨਾਲ ਵੀ ਦੱਸਾਂ, ਬਾਹਰ ਫੋਰਨ 'ਚ ਮੈਂ ਕਈ ਜਗ੍ਹਾ ਦੇਖਿਆ ਆ, ਉਹ ਊੜਾ ਊਠ ਨਹੀਂ ਹੁਣ ਪੜ੍ਹਾਉਂਦੇ, ਊੜਾ ਊਠ ਸਵੇਰੇ ਜਾ ਕੇ ਹੀ ਪੜ੍ਹਾਉਂਦੇ ਨੇ। ਹਾਂ, ਮਤਲਬ ਕੈਨੇਡਾ ਦੀਆਂ 2-3 ਜਥੇਬੰਦੀਆਂ ਨੇ ਸਾਡੇ ਕੋਲੋਂ ਵੀ ਕਾਇਦੇ ਤਿਆਰ ਕਰਵਾਏ ਹਾਂਜੀ ਹਾਂ ਉਸ ਚੀਜ਼ ਦੇ। ਗੁਰਮਤਿ ਸਿੱਖ ਫਾਊਂਡੇਸ਼ਨ ਨੇ, ਜੀ ਜੀ ਉਹ ਸਾਰਾ ਇਹੀ ਲਿਟਰੇਚਰ ਕਰਦੇ ਨੇ ਸੰਗਤਾਂ ਦੇ ਵਿੱਚ। ਜੀ ਜੀ। ਔਰ ਅਲੱਗ-ਅਲੱਗ ਸਾਡੀ ਅੱਗੋਂ ਵੀ ਕੋਸ਼ਿਸ਼ ਇਹ ਰਹੇਗੀ ਵਧੀਆ ਤਰੀਕੇ ਨਾਲ ਸਿੱਖੀ ਦੇ ਪ੍ਰਚਾਰ ਵਾਸਤੇ ਜੋ ਵੀ ਮੁਨਾਸਬ ਹੋਵੇ ਪ੍ਰਚਾਰ ਵਾਸਤੇ ਸ਼ਹੀਦਾਂ ਸਿੰਘਾਂ ਤੇ ਵੀ ਤੁਸੀਂ ਕੁਝ ਬਣਾਇਆ, ਮੈਨੂੰ ਕੁਝ ਇਦਾਂ ਪਤਾ ਲੱਗਾ ਹੋਊ ਕੈਲੰਡਰ। ਸ਼ਹੀਦ ਸਿੰਘਾਂ ਵਾਸਤੇ ਹਾਂ ਕੈਲੰਡਰ ਅਸੀਂ ਬਣਾਇਆ ਉਹਨਾਂ ਦੇ ਇਤਿਹਾਸ ਦਾ। ਅੱਛਾ 6 ਪੇਜ ਦਾ, ਸਿੰਗਲ ਪੇਜ ਦਾ ਵੀ ਇਤਿਹਾਸਕ ਜੀਵਨੀ ਮੁਤਾਬਕ ਅੱਛਾ ਉਹਨਾਂ ਦੇ ਜੀਵਨ ਦੇ ਉੱਤੇ ਵਿਸਥਾਰ ਸਹਿਤ ਦੱਸਣ ਵਾਸਤੇ। ਅੱਛਾ ਅੱਛਾ। ਇਸ ਤੋਂ ਇਲਾਵਾ ਤੁਸੀਂ ਜੋ ਇੱਕ ਕੇਸ ਸੰਭਾਲ ਸੰਸਥਾ ਹੈ, ਉਹਦੇ ਵੀ ਮੈਂਬਰ ਹੋ? ਹਾਂਜੀ, ਉਹਦੀ ਸੇਵਾ ਮਿਲੀ ਜੀ। ਅੱਛਾ ਵੀ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਮੈਂ ਮੁੱਖ ਸੇਵਾਦਾਰ ਕੋਹਾਣ ਤੋਂ ਥੋੜਾ ਗੁਰੇਜ਼ ਕਰਦਾ ਹਾਂ ਹਾਂ ਜੀ। ਨਹੀਂ ਵਧੀਆ ਗੱਲ। ਪ੍ਰਧਾਨ ਮੈਨੂੰ ਕੋਈ ਕਵੇ ਤਾਂ ਥੋੜੀ ਇਸ ਗੱਲ ਤੋਂ ਐਲਰਜੀ ਹੈ। ਹਾਂਜੀ ਹਾਂਜੀ ਸਾਡੇ ਜਿਹੜੀ ਸੰਸਥਾ ਦੇ ਪਹਿਲਾਂ ਸੇਵਾਦਾਰ ਸਨ ਸਰਦਾਰ ਸਵਰਨ ਸਿੰਘ ਛਾਬੜਾ, ਹਾਂਜੀ ਜਿਨ੍ਹਾਂ ਨੇ ਬਚਪਨ ਤੋਂ 9 ਸਾਲ ਦੀ ਉਮਰ ਤੋਂ ਮੈਨੂੰ ਇਸ ਪਾਸੇ ਤੋਰਿਆ। ਉਹਨਾਂ ਦਾ ਕਥਨ ਸੀ ਹਾਂ ਵੀ ਜਦੋਂ ਅਸੀਂ ਕਿਸੇ ਜਥੇਬੰਦੀ ਦੇ ਸੇਵਾਦਾਰ ਹੋ ਕੇ ਵਿਚਰਾਂਗੇ ਨਾ ਜੀ, ਹਾਂਜੀ ਹਾਂਜੀ ਤੇ ਸੇਵਾਦਾਰ ਹੁੰਦਿਆਂ ਤੁਹਾਡਾ ਕੋਈ ਕੰਪੀਟੀਟਰ ਨਹੀਂ ਖੜਾ ਹੋਏਗਾ। ਹਾਂ ਬੜੀ ਜਦੋਂ ਅਸੀਂ ਅਹੁਦੇ ਲੈ ਲਾਂਗੇ ਤੇ ਤੁਹਾਡਾ ਕੰਪੀਟੀਟਰ ਖੜਾ ਹੋ ਜਾਏਗਾ। ਹਾਂਜੀ ਹਾਂਜੀ ਉਦੋਂ ਉਸ ਅਹੁਦੇ ਦੀ ਜਿਹੜੀ ਹੈ ਨਾ ਉਹ ਮਿਆਦ ਮਿੱਥੀ ਜਾਏਗੀ। ਜੀ ਜੀ ਜੀ। ਕੋਈ ਨਾ ਕੋਈ ਅਹੁਦਾ ਹਥਿਆਣ ਵਾਸਤੇ ਹਾਂ। ਤੁਹਾਡੇ ਬਰਾਬਰ ਖੜਾ ਹੋਣ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਸਹੀ ਗੱਲ। ਜਦੋਂ ਤੁਸੀਂ ਸੇਵਾਦਾਰ ਬਣ ਕੇ ਵਿਚਰੋਗੇ ਹਾਂਜੀ ਤੇ ਸੇਵਾਦਾਰ ਦੀ ਕੋਈ ਵੀ ਮੁਕਾਬਲਾ ਨਹੀਂ ਕਰਦਾ। ਕੋਈ ਇਹ ਨਹੀਂ ਕਹੇਗਾ ਮੈਂ ਸੇਵਾਦਾਰੀ ਖੋਣੀ ਹੈ। ਬਿਲਕੁਲ ਬਿਲਕੁਲ। ਕਿਉਂਕਿ ਸੇਵਾ ਦਾ ਜਿਹੜਾ ਚਾਅ ਹੈ ਉਹ ਇਸ ਤਰੀਕੇ ਨਾਲ ਰੱਖਿਆ ਕਰੋ। ਇਹ ਉਹਨਾਂ ਦੀ ਸਿੱਖਿਆ ਸਾਨੂੰ। ਤੇ ਜਿਹੜੀ ਕੇਸ ਸੰਭਾਲ ਸੰਸਥਾ ਇਹ ਕੀ ਕੰਮ ਕਰਦੀ ਹੈ? ਬੱਚਿਆਂ ਨੂੰ ਪਤਿਤ ਪੁਣੇ ਤੋਂ ਜੋ ਅੱਜ ਲਹਿਰ ਚੱਲੀ ਹੈ ਵੀ ਬੱਚਿਆਂ ਦੇ ਵਿੱਚ ਕੇਸ ਕਟਵਾਉਣ ਦੀ, ਜੀ ਜੀ, ਉਸ ਬਾਰੇ ਅਸੀਂ ਇਹ ਉਪਰਾਲਾ ਕਰਦੇ ਹਾਂ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਏ ਕਿਸੇ ਨਾ ਕਿਸੇ ਤਰੀਕੇ ਦਸਤਾਰ ਪੱਖੋਂ ਕੇਸਾਂ ਸੰਬੰਧੀ ਪ੍ਰੋਗਰਾਮ ਕਰਕੇ ਉਹਨਾਂ ਨੂੰ ਸਮਝਾਇਆ ਜਾਏ ਵੀ ਇਹਨਾਂ ਦੀ ਮਹੱਤਤਾ ਕੀ ਹੈ। ਮਤਲਬ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਅਖਾਣ ਹੈ ਵੀ ਊੜਾ ਨਹੀਂ ਸੰਭਾਲੋਗੇ ਤੇ ਜੂੜਾ ਕਿੱਥੋਂ ਭਾਲੋਗੇ। ਮਤਲਬ ਇਸ ਚੀਜ਼ ਨੂੰ ਲੈ ਕੇ ਅਸੀਂ ਇਹ ਪ੍ਰਚਾਰ ਕੇਸ ਸੰਭਾਲ ਪ੍ਰਚਾਰ ਸੰਸਥਾ, ਇਸ ਦੇ ਮੁਖੀ ਨੇ ਸਰਦਾਰ SJS ਪਾਲ ਸਿੰਘ, ਹਾਂਜੀ, ਰਿਟਾਇਰਡ ਇਨਕਮ ਟੈਕਸ ਚੀਫ ਕਮਿਸ਼ਨਰ ਨੇ,
ਜੀ ਜੀ, ਉਹਨਾਂ ਵੱਲੋਂ ਇਹ ਸੰਸਥਾ ਬਣਾਈ ਗਈ ਸੀ। ਹਾਂ, ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਸੀ। ਜੀ ਜੀ ਜੀ। ਇਹ ਪੰਜਾਬ ਵਿੱਚ ਕਾਫੀ ਸ਼ਹਿਰਾਂ 'ਚ, ਹਾਂ, ਪੰਜਾਬ ਵਿੱਚ ਕਾਫੀ ਯੂਨਿਟ ਨੇ ਉਹਨਾਂ ਦੇ। ਹਾਂਜੀ ਹਾਂਜੀ। ਆਪ ਉਹ ਅੱਜ ਕੱਲ੍ਹ ਦਿੱਲੀ ਰਹਿੰਦੇ ਨੇ, ਦਿੱਲੀ ਯੂਨਿਟ ਸੰਭਾਲਦੇ ਨੇ। ਜੀ ਜੀ ਜੀ। ਤੇ ਜਲੰਧਰ ਦੀ ਸੇਵਾ ਦਾਸ ਨੂੰ ਉਹਨਾਂ ਨੇ ਦਿੱਤੀ ਵੀ ਤੁਸੀਂ ਇਹਦਾ ਉਪਰਾਲਾ ਕਰਕੇ। ਜਲੰਧਰ ਵਿੱਚ ਤੁਸੀਂ ਕੀ ਕਰ ਰਹੇ ਹੋ ਇਸ ਲਈ? ਅਸੀਂ ਇਸ ਸੰਬੰਧ ਵਿੱਚ ਦਸਤਾਰ ਕੈਂਪ ਲਗਾਏ ਜੀ ਪਿੱਛੇ। ਅੱਛਾ। 2 ਮਹੀਨੇ ਲਗਾਤਾਰ, ਜੀ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਤੱਕ। ਵਾਹ। ਹੁਣ ਅਗਲੇ ਮਹੀਨੇ ਤੋਂ ਫਿਰ ਕੈਂਪ ਸ਼ੁਰੂ ਹੋ ਰਹੇ ਨੇ, ਹਾਂ ਹਾਂ, ਜੋ ਕਿ ਸਾਡਾ ਇੱਕ ਉਪਰਾਲਾ ਹੈ ਵੀ ਅਕਤੂਬਰ ਮਹੀਨੇ ਦੇ ਵਿੱਚ ਹਾਂ ਹਾਂ, ਅਸੀਂ ਜਿਹੜੇ ਵੀ ਬੱਚਿਆਂ ਨੂੰ ਦਸਤਾਰ ਸਿਖਲਾਈ ਦਿੰਦੇ ਆ, ਉਹਨਾਂ ਦੇ ਸਾਰਿਆਂ ਦੇ ਐਡਰੈਸ, ਫੋਨ ਨੰਬਰ ਨੋਟ ਕਰਕੇ ਰੱਖਦੇ ਆ। ਅੱਛਾ। ਇੱਕ ਕੰਪੀਟੀਸ਼ਨ ਕਰਾਉਣ ਦਾ ਵਿਚਾਰ ਹੈ ਵੀ ਜਲੰਧਰ 'ਚ ਬੜੇ ਵੱਡੇ ਪੱਧਰ ਦੇ ਉੱਤੇ, ਅੱਛਾ, ਜਿਹਦੇ ਵਿੱਚ ਘੱਟ ਤੋਂ ਘੱਟ ਵੀ 1200-1500 ਬੱਚੇ ਹੋਣ। ਅੱਛਾ ਅੱਛਾ। ਉਹਨਾਂ ਦਾ ਕੰਪੀਟੀਸ਼ਨ ਹੋਵੇ, ਹਾਂ ਹਾਂ, ਇਨਾਮ ਦਿੱਤੇ ਜਾਣ ਵੱਡੇ ਪੱਧਰ ਤੇ, ਲੋਕ ਦਸਤਾਰ ਮੁਕਾਬਲਾ ਹੋਵੇ, ਬੱਚਿਆਂ ਦੇ ਵਿੱਚ ਇਹ ਪ੍ਰੇਰਨਾ ਆਵੇ ਵੀ ਸੋਹਣੀ ਦਸਤਾਰ ਬੰਨਣੀ ਹੈ। ਠੀਕ ਠੀਕ ਠੀਕ। ਸੋਹਣੇ ਬਣਨ ਦੀ ਚਾਹ ਜਿਹੜੀ ਹੈ ਨਾ ਜੀ, ਉਹਦੇ ਪਿੱਛੇ ਹੀ ਅੱਜ ਲੋਕ ਦਸਤਾਰ ਛੱਡ ਗਏ। ਹਾਂ ਹਾਂ। ਹਾਲਾਂਕਿ ਸਿੱਖ ਦੀ ਟੌਹਰ ਹੈ, ਜਿਹੜੀ ਇੱਜ਼ਤ ਹੈ, ਉਹ ਦਸਤਾਰ ਨਾਲ ਹੀ। ਹਾਂ, ਇਹਦੇ ਵਿੱਚ ਕਹਿਣ ਦੀ ਤਾਂ ਕੋਈ ਗੱਲ ਹੀ ਨਹੀਂ ਜੀ। ਹਾਂਜੀ ਹਾਂਜੀ। ਦਸਤਾਰ ਜਿਹੜਾ ਮਾਨ ਸਨਮਾਨ ਹੈ, ਹਾਂ ਹਾਂ, ਇਹਦੇ ਨਾਲ ਹੀ ਸਾਰੀ ਸਾਡੀ ਇੱਜ਼ਤ ਹੈ। ਤੇ ਅੱਜ ਲੋਕ ਇਹੀ ਛੱਡੀ ਜਾ ਰਹੇ ਨੇ। ਹਾਂ ਹਾਂ, ਕੇਸ ਕਟਾਉਣ ਦਾ ਜਿਹੜਾ ਰੁਝਾਨ ਚੱਲਿਆ, ਹਾਂ, ਇਹਦੇ ਵਿੱਚ ਹੀ ਮਾੜੀ ਗੱਲ ਹੈ। ਮਤਲਬ ਬੱਚਿਆਂ ਨੂੰ ਪ੍ਰੇਰਕ ਹੈ ਦੁਬਾਰਾ ਇਸ ਪਾਸੇ। ਸਾਡਾ ਕੋਸ਼ਿਸ਼ ਹੈ ਵੀ ਅਸੀਂ ਉਹ ਜਿਹੜਾ ਦਸਤਾਰ ਕੰਪੀਟੀਸ਼ਨ ਕਰਵਾਉਣਾ ਚਾਹੁੰਦੇ ਹਾਂ, ਹਾਂ ਹਾਂ, ਉਹਦੇ ਬਹੁਤ ਵੱਡਾ ਇਕੱਠ ਕਰਕੇ ਔਰ ਸਾਰਿਆਂ ਨੂੰ ਇੱਕੋ ਰੰਗ ਦੀ ਦਸਤਾਰ ਸਾਰਿਆਂ ਨੇ ਬੰਨੀ ਹੋਵੇ, ਤੇ ਉਹ ਇੱਕ ਵੱਖਰਾ ਹੀ ਨਜ਼ਾਰਾ ਹੋਏਗਾ। ਸਾਡਾ ਉਪਰਾਲਾ ਹੈ। ਤਾਂ ਹੀ ਉਹ ਕਿਸੇ ਕਵੀ ਨੇ ਵੀ ਕਿਹਾ ਨਾ, ਉਹ ਕਹਿੰਦਾ ਵੀ ਜਦੋਂ ਵੀ ਸਿਹਰਾ ਵੱਜਦਾ, ਵੱਜਣਾ ਪੱਗ ਉੱਤੇ, ਟਿੰਡ ਉੱਤੇ ਸਿਹਰਾ ਨਹੀਂ ਵੱਜਦਾ। ਹਾਂ, ਵਿਆਹ ਵਾਲੇ ਦਿਨ ਡੁਪਲੀਕੇਟ ਰੱਖ ਵੀ ਲਵੇਂਗਾ, ਤੇ ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ। ਹਾਂ, ਇਹ ਆਪਾਂ ਦੇਖ ਲਓ, ਇਤਿਹਾਸਕ ਪੱਖ ਵੀ ਹੈ ਹਾਂ ਹਾਂ, ਵੀ ਜਿੰਨੇ ਵੀ ਰਿਸ਼ੀ ਮੁਨੀ ਹਾਂ ਹਾਂ, ਹੋਏ ਨੇ, ਸਭ ਕੇਸਾਧਾਰੀ ਨੇ। ਹਾਂਜੀ ਹਾਂਜੀ। ਔਰ ਸਾਰਿਆਂ ਦੇ ਸਿਰ ਤੇ ਦਸਤਾਰ ਹੈ, ਕੋਈ ਨੰਗੇ ਸਿਰ ਤੋਂ ਨਹੀਂ ਹੈ। ਨਹੀਂ ਹੈ। ਔਰ ਇਸ ਗੱਲ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਜੇ ਅਸੀਂ ਕਿਸੇ ਵੀ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਠੀਕ ਠੀਕ, ਪਰ ਉਹ ਪ੍ਰੇਰਨਾ ਲਵੇ ਆਪਣੇ ਰਿਸ਼ੀਆਂ ਮੁਨੀਆਂ ਪੈਗੰਬਰਾਂ ਤੋਂ ਹਾਂਜੀ, ਕਿ ਉਹ ਸਾਰੇ ਕੇਸਾਧਾਰੀ ਸਨ, ਉਹ ਦਸਤਾਰ ਬੰਨ੍ਹਦੇ ਸਨ। ਸਾਨੂੰ ਵੀ ਇਸ ਬਾਰੇ ਉਪਰਾਲਾ ਕਰਨਾ ਚਾਹੀਦਾ। ਇਹ ਤੁਹਾਡਾ ਸੋਹਣਾ, ਬਹੁਤ ਹੀ ਸੋਹਣਾ ਉਪਰਾਲਾ ਹੈ। ਸਤਿਗੁਰੂ ਬਖਸ਼ਿਸ਼ ਕਰਨ ਇਸ ਉਪਰਾਲੇ ਵਿੱਚ ਵੀ ਤੁਸੀਂ ਕਾਮਯਾਬ ਹੋਵੋ ਪੂਰੇ। ਸਤਿਗੁਰ ਦੀਆਂ ਅਸੀਸਾਂ, ਉਹਨਾਂ ਦੀ ਬਖਸ਼ਿਸ਼, ਸੰਗਤਾਂ ਦਾ ਸਹਿਯੋਗ, ਉਹ ਬਹੁਤ ਜ਼ਰੂਰੀ ਹੈ। ਹਰਪ੍ਰੀਤ ਸਿੰਘ ਜੀ, ਕੁਰਬਾਨ ਜਾਈਏ ਤੁਹਾਡੇ ਤੋਂ। ਇੰਨਾ ਸਮਾਂ ਤੁਸੀਂ ਸੇਵਾ ਲਈ ਦਿੰਦੇ ਹੋ। ਕਈ ਵਾਰੀ ਆਪਾਂ ਸੁਣੀਦਾ ਹੈ, ਕਈ ਬੰਦੇ ਕਹਿ ਦਿੰਦੇ ਮੇਰਾ ਕੰਮ ਇੰਨਾ ਆ ਵੀ ਮੇਰੇ ਕੋਲੋਂ ਗੁਰਦੁਆਰੇ ਆਉਣ ਦਾ ਟਾਈਮ ਨਹੀਂ ਹੁੰਦਾ, ਕੰਮ ਹੀ ਇੰਨਾ ਵੱਧ ਗਿਆ। ਪਰ ਤੁਹਾਡਾ ਕੰਮ ਵੀ ਇੰਨਾ ਆ, ਤੁਸੀਂ ਨਾਮਵਰ ਬੰਦੇ ਹੋ, ਤੇ ਗੁਰੂ ਦੀ ਏਡੀ ਬਖਸ਼ਿਸ਼ ਹੈ, ਪਰ ਫਿਰ ਵੀ ਤੁਸੀਂ ਇੰਨਾ ਸਮਾਂ ਜਿਹੜਾ ਉਹ ਸੰਗਤ ਲਈ ਕਿਵੇਂ ਕੱਢਦੇ ਹੋ? ਦੇਖੋ ਜੀ, ਵੀ ਸੋਢੀ ਸਾਹਿਬ, ਵੀ ਪਹਿਲੀ ਗੱਲ ਤੇ ਵਿਚਾਰ ਦੀ ਇਹ ਹੈ, ਹਾਂਜੀ, ਵੀ ਜਿਸ ਗੁਰੂ ਨੇ ਸਾਨੂੰ ਇਹ ਸਭ ਕੁਝ ਦਿੱਤਾ, ਜੀ ਜੇ ਉਹਦੇ ਵਾਸਤੇ ਹੀ ਸਾਡੇ ਕੋਲ ਸਮਾਂ ਨਹੀਂ, ਹਾਂਜੀ ਹਾਂਜੀ, ਤੇ ਫਿਰ ਇਹ ਸਾਰਾ ਕਾਰੋਬਾਰ ਤੇ ਵਿਅਰਥ ਹੀ ਹੈ ਮੇਰੇ ਵਿਚਾਰ ਮੁਤਾਬਕ। ਤੇ ਹਾਂਜੀ ਹਾਂਜੀ, ਸਭ ਕੁਝ ਜਿਹਦੀ ਬਖਸ਼ਿਸ਼ ਨਾਲ ਦਿੱਤਾ, ਅਸੀਂ ਇਹ ਤੇ ਸੋਚੀਏ ਨਾ ਕਿ ਇਹ ਸਾਰਾ ਸਭ ਕੁਝ ਸਾਡਾ ਹੈ। ਹਾਂਜੀ ਹਾਂਜੀ, ਇਹ ਸਭ ਉਸ ਪਰਮਾਤਮਾ ਦੀ ਕਿਰਪਾ ਹੈ। ਜੀ ਜੀ। ਔਰ ਕੰਮ ਕੋਈ ਵੀ ਹੋਵੇ, ਦੇਖੋ ਰੁਝੇਵਿਆਂ 'ਚੋਂ ਸਮਾਂ ਤੇ ਕੱਢਣਾ ਹੀ ਪਏਗਾ, ਭਾਵੇਂ ਅਸੀਂ ਆਪਣੇ ਘਰ ਦੇ ਕੰਮਾਂ ਵਾਸਤੇ ਵੀ ਟਾਈਮ ਕੱਢਦੇ ਹਾਂ। ਹਾਂ ਹਾਂ, ਤੇ ਜਿਸ ਗੁਰੂ ਨੇ ਸਾਨੂੰ ਇਹ ਸਭ ਕੁਝ ਦਿੱਤਾ, ਅੱਜ ਜਿਸ ਮੁਕਾਮ ਤੇ ਵੀ ਅਸੀਂ ਖੜੇ ਹਾਂ, ਹਾਂਜੀ ਹਾਂਜੀ, ਜਥੇਬੰਦੀ ਸਾਡੀ ਦੇ ਉੱਤੇ ਇੰਨੀ ਕਿਰਪਾ ਹੈ, ਹਾਂ, ਤੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ। ਅੱਛਾ ਅੱਛਾ। ਗੁਰੂ ਘਰ ਜਾਣ ਵਾਸਤੇ ਸਾਨੂੰ ਸਭ ਕੁਝ ਜਿਹੜਾ ਉਹ ਨਿਛਾਵਰ ਕਰਨਾ ਚਾਹੀਦਾ ਸੇਵਾ ਵਾਸਤੇ। ਜਿੱਦਾਂ ਤੁਹਾਡੇ ਸਾਰੇ ਸਿੰਘ ਜਿਹੜੇ ਬਹੁਤ ਅੱਛੇ ਕਾਰੋਬਾਰੀ ਆ, ਤੇ ਉਹ ਇਦਾਂ ਕਦੀ ਮਹਿਸੂਸ ਤਾਂ ਨਹੀਂ ਕਰਦੇ ਵੀ ਹਰਪ੍ਰੀਤ ਸਿੰਘ ਨੇ ਕਹਿਤਾ ਫਲਾਨੀ ਜਗ੍ਹਾ ਜੋੜੇ ਝਾੜਨੇ ਨੇ ਤੇ ਸਾਡੇ ਕੋਲ ਕਿੱਥੇ ਟਾਈਮ ਹੈ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਸਾਰਿਆਂ ਦਾ ਆਪਸੀ ਇੰਨਾ ਕੋਈ ਇਤਫਾਕ ਹੈ, ਹਾਂਜੀ, ਸਾਡਾ ਪਿਆਰ ਇੰਨਾ ਹੈ। ਹਾਂਜੀ, ਸਾਡੇ ਜਥੇਬੰਦੀ ਦੇ ਜਿਹੜੇ ਮੌਜੂਦਾ ਸੇਵਾਦਾਰ ਨੇ, ਹਾਂਜੀ, ਸਰਦਾਰ ਦਲਜੀਤ ਸਿੰਘ ਬੇਦੀ, ਹਾਂਜੀ, ਉਹ ਇਹ ਸੇਵਾ ਸੰਭਾਲਦੇ ਨੇ। ਅੱਛਾ, ਔਰ ਉਹ ਸਾਡਾ ਆਪਸੀ ਪਿਆਰ ਹੁੰਦਿਆਂ ਹੀ ਇਹ ਸੇਵਾ ਜਿਹੜੀ ਵੀ ਹੈ ਪਿਆਰ ਨਾਲ ਹੀ ਨਿਭਦੀ ਹੈ ਜੀ। ਬਿਲਕੁਲ ਬਿਲਕੁਲ। ਵੀ ਦੇਖੋ, ਸਮਝਣ ਦੀ ਗੱਲ ਹੈ, ਜਦੋਂ ਅਸੀਂ ਆਪਣਾ ਸਮਝ ਕੇ ਸੇਵਾ ਜੋ ਵੀ ਕਰਨੀ ਹੈ ਨਾ, ਜੇ ਮੈਂ ਕਰਨੀ ਹੈ ਤੇ ਮੈਂ ਆਪਣੇ ਪਿੱਛੇ ਕਰਨੀ ਹੈ, ਬਿਲਕੁਲ, ਮੈਂ ਕਿਸੇ ਤੇ ਅਹਿਸਾਨ ਨਹੀਂ ਕਰਨਾ। ਹਾਂਜੀ, ਸੇਵਾ ਤਨੋਂ ਮਨੋਂ ਹੀ ਹੁੰਦੀ ਹੈ, ਠੀਕ, ਆਪਣਾ ਸਮਝ ਕੇ ਹੀ ਹੁੰਦੀ ਹੈ। ਅੱਛਾ, ਤੁਹਾਨੂੰ ਲੋਕ ਇਸ ਤਰ੍ਹਾਂ ਜਾਣਦੇ ਨੇ ਵੀ ਅੰਮ੍ਰਿਤ ਕੰਪਿਊਟਰ ਵਾਲੇ, ਸਾਰੇ ਲੋਕ ਜਾਣਦੇ ਨੇ। ਕਿਸੇ ਨੇ ਵਧੀਆ ਫਲੈਕਸ, ਇਸ਼ਤਿਹਾਰ, ਹੋਰ ਮੈਟਰ, ਕੋਈ ਕਿਤਾਬਾਂ, ਪੁਸਤਕਾਂ ਛਪਾਣੀਆਂ ਹੋਣ, ਉਹ ਪਹਿਲਾਂ ਜਦੋਂ ਕੋਈ ਬੰਦੇ ਦਾ ਖਿਆਲ ਆਉਂਦਾ ਆ, ਉਹ ਤੁਹਾਡਾ ਨਾਂ ਪਹਿਲਾਂ ਆਉਂਦਾ ਆ। ਤੁਹਾਡੇ ਕੋਲ ਨਾ ਸਮਾਂ ਹੋਵੇ, ਫਿਰ ਲੋਕ ਇੱਧਰ ਉੱਧਰ ਝਾਤ ਮਾਰਦੇ ਨੇ। ਇਹ ਵੀ ਦੇਖੋ ਜੀ, ਸਤਿਗੁਰ ਦੀ ਕਿਰਪਾ ਹੈ। ਹਾਂਜੀ ਹਾਂਜੀ, ਵੀ ਹਉਮੈ ਵਾਲੀ ਗੱਲ ਕੋਈ ਨਹੀਂ, ਵੀ ਇਹ ਸਭ ਕੁਝ ਸਤਿਗੁਰ ਨੇ ਆਪਣੇ ਆਸ਼ੀਰਵਾਦ ਨਾਲ
ਅਸੀਂ ਪਹਿਲਾਂ ਜਿਹੜਾ ਕਾਰੋਬਾਰ ਫਾਈਨਾਂਸ ਕੰਪਨੀ ਸੀ, ਉਸ ਤੋਂ ਬਾਅਦ ਅਸੀਂ ਲਾਟਰੀ ਦਾ ਕੰਮ ਕਰਦੇ ਸੀ ਜੀ। ਕਿਸੇ ਸੱਜਣ ਨੇ ਕਿਹਾ ਵੀ ਸਾਨੂੰ, ਮੈਂ ਉਹਨਾਂ ਨੂੰ ਕਿਹਾ ਵੀ ਇਹ ਕਾਰੋਬਾਰ ਬਹੁਤਾ ਵਧੀਆ ਨਹੀਂ ਲਾਟਰੀ ਦਾ, ਤੇ ਕੋਈ ਕੰਮ ਚੇਂਜ ਕਰਨਾ, ਤੇ ਸਾਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਪ੍ਰਿੰਟਿੰਗ ਲਾਈਨ 'ਚ ਆ ਜਾਓ, ਕੰਪਿਊਟਰ ਯੁੱਗ ਹੈ, ਕੰਪਿਊਟਰ ਦੀ ਲਾਈਨ 'ਚ ਆ ਜਾਓ। ਸੰਨ 1998 ਦੀ ਗੱਲ ਹੈ ਜੀ, ਮਾਘੀ ਵਾਲੇ ਦਿਨ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਆਰੰਭਤਾ ਕੀਤੀ, ਜਿਸ ਦੀ ਅਰਦਾਸ ਗਿਆਨੀ ਗੁਰਮੀਤ ਸਿੰਘ ਜੀ ਕਥਾਵਾਚਕ, ਉਹਨਾਂ ਨੇ ਆਰੰਭਤਾ ਦੀ ਅਰਦਾਸ ਕਰਕੇ ਸਾਨੂੰ ਇਸ ਪਾਸੇ। ਫਿਰ ਹੁਣ ਕਾਰੋਬਾਰ ਕੌਣ ਸਾਂਭਦੇ ਹੋ ਤੁਸੀਂ? ਮੇਰੇ ਫਾਦਰ ਸਾਹਿਬ ਨੇ ਜੀ ਸਰਦਾਰ ਅਵਤਾਰ ਸਿੰਘ, ਔਰ ਛੋਟਾ ਬ੍ਰਦਰ ਹੈ, ਅਸੀਂ ਤਿੰਨੇ ਜਣੇ ਰਲ ਕੇ ਕਰਦੇ ਹਾਂ। ਔਰ ਸਾਡਾ ਆਪਸੀ ਪਰਿਵਾਰ ਦਾ ਹੀ ਇਤਫਾਕ ਹੈ ਵੀ ਮੇਰਾ ਖਾਸ ਕਰਕੇ ਵੀ ਧਾਰਮਿਕ ਰੁਝੇਵੇਂ ਬਹੁਤ ਨੇ। ਸਾਰਾ ਕਾਰੋਬਾਰ ਪਿੱਛੇ ਸਤਿਗੁਰ ਦੀ ਕਿਰਪਾ ਨਾਲ ਚੱਲਦਾ ਜੀ। ਔਰ ਇਹ ਸਾਰੀ ਉਹਨਾਂ ਦੀ ਬਖਸ਼ਿਸ਼ ਹੈ ਜੀ। ਵੀ ਸੰਨ 1998 ਜਦੋਂ ਅਸੀਂ ਇਹ ਕਾਰੋਬਾਰ ਸ਼ੁਰੂ ਕੀਤਾ, 1999 ਚ ਪਹਿਲਾ ਸਾਨੂੰ ਵਿਸਾਖੀ ਦਾ ਕੰਮ ਮਿਲਿਆ। 1999 ਅਨੰਦਪੁਰ ਸਾਹਿਬ ਦਾ। ਸਤਿਗੁਰ ਦੀ ਕਿਰਪਾ ਨਾਲ ਹੀ ਹੈ ਜੀ ਸਾਰਾ ਕੁਝ, ਵੀ ਜੋ ਵੀ ਹੈ ਵਧੀਆ ਚੱਲ ਰਿਹਾ। ਬਿਲਕੁਲ। ਅਰਦਾਸ ਨੇ ਪਹਿਲਾ ਸਮਾਗਮ ਵੀ 1999 ਦੇ ਵਿੱਚ ਜੋ ਇੰਟਰਨੈਸ਼ਨਲ ਕੀਰਤਨ ਕੌਂਸਲ ਦਾ ਜਲੰਧਰ ਵਿਖੇ ਹੋਇਆ, ਉਹਦੀ ਸੇਵਾ ਵੀ ਤੁਹਾਡੇ ਸਾਰੇ ਕੀਰਤਨੀ ਜਥਿਆਂ ਦੇ ਸਹਿਯੋਗ ਨਾਲ ਕੀਤੀ ਗਈ। ਔਰ ਉਸ ਜਗ੍ਹਾ ਤੇ ਜਦੋਂ ਅਸੀਂ ਪਹਿਲੀ ਵਾਰੀ ਇਸ਼ਤਿਹਾਰ ਪ੍ਰਿੰਟ ਕੀਤੇ ਨਾ ਜੀ, ਧਾਰਮਿਕ ਕਲਰਡ, ਸੰਗਤਾਂ ਵਿੱਚ ਉਦੋਂ ਹੀ ਚਰਚਾ ਜੀ ਹੋਈ ਵੀ ਇਹ ਪ੍ਰਿੰਟਿੰਗ ਲਾਈਨ ਦੇ ਵਿੱਚ ਇੰਨਾ ਵਧੀਆ ਇਸ਼ਤਿਹਾਰ ਕਿਹਨਾਂ ਨੇ ਬਣਾਇਆ। ਸਹੀ। ਔਰ ਉਸ 1999 ਤੋਂ ਹੀ ਸਾਡਾ ਮਤਲਬ ਇਹ ਸਾਰਾ ਸ਼ੁਰੂ ਹੋਇਆ ਜੀ ਕੰਮ ਸੰਗਤਾਂ ਦੇ ਵਿੱਚ। ਜੇ ਕੋਈ ਹੁਣ ਤੁਹਾਡੇ ਕੋਲ ਕਈ ਵਾਰੀ ਐਸੇ ਵੀ ਆ ਜਾਂਦੇ ਕੀਰਤਨ ਦਰਬਾਰ ਵਾਲੇ ਵੀ ਅਸੀਂ ਸੇਵਾ ਘੱਟ ਭਰ ਸਕਦੇ ਹਾਂ, ਜੋ ਧਾਰਮਿਕ ਕਿਤਾਬ ਕਿਸੇ ਨੇ ਬਣਾਉਣੀ, ਪੁਸਤਕ ਬਣਾਉਣੀ ਆ, ਵੀ ਸੇਵਾ ਘੱਟ ਭਰ ਸਕਦੇ ਹਾਂ, ਕੋਈ ਹੁੰਦਾ ਇਹੋ ਜਿਹੇ ਆਉਂਦੇ ਹੋਣੇ ਨੇ? ਹਾਂ, ਬਹੁਤ ਜੀ। ਕਾਰੋਬਾਰ ਵਿਚਰਦੇ ਹਾਂ, ਬਹੁਤ ਤਰ੍ਹਾਂ ਦੀ ਦੁਨੀਆ। ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕੰਮ ਵਧੀਆ ਤਰੀਕੇ ਨਾਲ ਕਰ ਦਿੱਤਾ ਜਾਵੇ। ਔਰ ਲੋਕਾਂ ਨੂੰ ਇਹ ਸਮਝਾਉਂਦੇ ਜ਼ਰੂਰ ਹਾਂ ਵੀ ਦੇਖੋ, ਜਦੋਂ ਕਿਸੇ ਚੀਜ਼ ਨੂੰ ਕੋਈ ਕਾਰੋਬਾਰ ਕਰਦੇ ਆ, ਸਾਨੂੰ ਪ੍ਰੋਫਿਟ ਨਹੀਂ ਹੋਏਗਾ ਨਾ, ਤੇ ਕੁਆਲਿਟੀ ਹੇਰਾਫੇਰੀ ਜ਼ਰੂਰ ਹੋਏਗੀ ਵਿੱਚ। ਤੇ ਅਸੀਂ ਲੋਕਾਂ ਨੂੰ ਇਹ ਪ੍ਰੇਰਨਾ ਦਿੰਦੇ ਹਾਂ ਵੀ ਥੋੜਾ ਜਿਹਾ ਕੰਪਰੋਮਾਈਜ਼ ਕਰਕੇ ਤੁਰੋ। ਕਿਉਂਕਿ ਧਾਰਮਿਕ ਦੁਨੀਆ 'ਚ ਵੀ ਹੇਰ ਫੇਰ ਕਰਨ ਵਾਲੇ ਬੰਦੇ ਬਹੁਤ ਹੁੰਦੇ ਨੇ। ਉਹ ਭਰ ਸਕਦੇ ਹੁੰਦੇ ਨੇ, ਪਰ ਇਹਦੇ 'ਚ ਵੀ ਦੁਕਾਨਦਾਰੀ ਕਰਦੇ ਆ ਵੀ ਸ਼ਾਇਦ ਇਹਨਾਂ 'ਚੋਂ ਵੀ ਕੁਝ ਇੱਧਰ ਉੱਧਰ ਕਰ ਜਾਈਏ। ਪਰ ਚਲੋ ਸਤਿਗੁਰ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਜੀ। ਔਰ ਪਿਛਲੇ ਮਤਲਬ ਕਦੀ ਸਤਿਗੁਰ ਨੇ ਤੋਟ ਰੱਖੀ ਹੀ ਨਹੀਂ ਕਿਸੇ ਗੱਲ ਦੀ, ਸਭ ਉਸ ਦੀ ਕਿਰਪਾ ਨਾਲ ਹੀ ਹੈ ਜੀ। ਵਾਹ। ਤਾਂ ਹੀ ਤੁਸੀਂ ਨਾਂ ਹੀ ਕੈਸਾ ਰੱਖਿਆ, ਅੰਮ੍ਰਿਤ ਕੰਪਿਊਟਰ। ਬਸ ਇਹ ਵੀ ਇੱਕ ਸੰਯੋਗ ਹੀ ਹੈ ਜੀ। ਵੀ ਬ੍ਰਦਰ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ। ਕੁਛ ਜਦੋਂ ਆਪਾਂ 98 ਚ ਸ਼ੁਰੂ ਕੀਤਾ, ਉਦੋਂ ਅੰਮ੍ਰਿਤ ਸੰਚਾਰ ਖਾਲਸੇ ਦਾ ਜਨਮ 1999 ਦੀ ਵਿਸਾਖੀ ਦਾ ਸੀ। ਇਸ ਨੂੰ ਵਿਚਾਰ ਕਰਦੇ ਹੋਏ ਅੰਮ੍ਰਿਤ ਕੰਪਿਊਟਰਸ ਦੇ ਨਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ। ਚਲੋ ਇਹ ਤਾਂ ਹੋਇਆ ਤੁਹਾਡਾ ਆਪਣਾ ਨਿੱਜੀ ਜੀਵਨ, ਸਤਿਗੁਰੂ ਮਹਾਰਾਜ ਆਪ ਵਰਤ ਰਹੇ ਨੇ, ਤੁਸੀਂ ਆਪਣਾ ਕਾਰ ਵਿਹਾਰ ਕਰਦਿਆਂ ਹੋਇਆਂ, ਵਧੀਆ ਪੱਧਰ ਤੇ ਕਾਰ ਵਿਹਾਰ ਕਰਦਿਆਂ ਹੋਇਆਂ ਮੈਂ ਇਸ ਤਰ੍ਹਾਂ ਆਖਾਂਗਾ ਬਈ ਪੂਰੇ ਗੁਰਮਤਿ ਦੇ ਕਾਰਜਾਂ ਨੂੰ ਤੁਸੀਂ ਸਮਰਪਿਤ ਹੋ। ਤੇ ਜਿਹੜਾ ਅੰਤ ਵਿੱਚ ਮੈਂ ਆਖਾਂਗਾ ਵੀ ਜਿਹੜੀਆਂ ਹੋਰ ਸਭਾ ਸੁਸਾਇਟੀਆਂ ਸੇਵਾ ਕਰਦੀਆਂ ਨੇ, ਉਹਨਾਂ ਲਈ ਤੁਸੀਂ ਕੀ ਸੰਦੇਸ਼ ਦਿਓਗੇ? ਸੰਦੇਸ਼ ਮਤਲਬ ਦੇਖੋ ਇਹ ਹੈ ਵੀ ਸਾਰੇ ਸੇਵਾਦਾਰ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਨੇ, ਮੇਰਾ ਉਹਨਾਂ ਪ੍ਰਤੀ ਇੱਕੋ ਹੀ ਬੇਨਤੀ ਹੈ, ਕੋਈ ਵੀ ਸੇਵਾ ਕਰੋ ਪਰ ਸੇਵਾ ਨਿਮਰਤਾ ਨਾਲ ਕਰੋ, ਨਿਰਸਵਾਰਥ ਹੋ ਕੇ ਕਰੋ। ਸੇਵਾ ਕਰਦਿਆਂ ਮੁਸ਼ਕਲਾਂ ਆਉਂਦੀਆਂ ਜੀ, ਵੀ ਜਦੋਂ ਅਸੀਂ ਕਿਸੇ ਵੀ ਕੰਮ ਦੀ ਸੇਵਾ ਕਰਦੇ ਹਾਂ ਨਾ ਜੀ, ਗੁਰਦੁਆਰਾ ਸਾਹਿਬ 'ਚ ਜਾ ਕੇ ਅਸੀਂ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਨਹੀਂ ਦੇ ਪਾਵਾਂਗੇ। ਭਾਵੇਂ ਉਹ ਸੇਵਾ ਧਾਰਮਿਕ ਹੋਵੇ ਜਾਂ ਸਮਾਜਿਕ ਹੋਵੇ, ਸਾਨੂੰ ਸਾਡੇ ਪਰਿਵਾਰ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਸਾਡਾ ਪਰਿਵਾਰ ਜੇ ਸਾਡੇ ਨਾਲ ਨਹੀਂ ਖੜਾ ਹੋਏਗਾ ਤੇ ਅਸੀਂ ਸਮਾਜਿਕ ਸੇਵਾ ਜਾਂ ਧਾਰਮਿਕ ਸੇਵਾ ਨਹੀਂ ਕਰ ਪਾਵਾਂਗੇ। ਸਹਿਯੋਗ ਦੀ ਲੋੜ ਹੈ। ਕਿਉਂਕਿ ਜਦੋਂ ਅਸੀਂ ਦੇਖੋ ਸੇਵਾ ਕਰਨ ਜਾਂਦੇ ਹਾਂ ਘਰੋਂ, ਰਾਤ ਨੂੰ 9 ਵਜੇ ਗਏ, 10 ਵਜੇ ਗਏ, ਪਤਾ ਨਹੀਂ 12 ਵਜੇ ਆਣਾ, 1 ਵਜੇ ਆਣਾ, ਕਦੋਂ ਸਮਾਪਤੀ ਹੈ। ਤੇ ਸਾਡੇ ਪਰਿਵਾਰ ਨੂੰ ਇਸ ਗੱਲ ਦੀ ਪਰੇਸ਼ਾਨੀ ਤਾਂ ਹੁੰਦੀ ਹੈ ਵੀ ਘਰ ਇਕੱਲੇ ਰਹਿਣਾ, ਪਰ ਫਿਰ ਵੀ ਸਤਿਗੁਰ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਜੀ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਨੂੰ ਬੜਾ ਹੀ ਚੰਗਾ ਲੱਗਾ ਵੀ ਉੱਤਮ ਸੇਵਾ ਵਾਲੇ ਅੱਜ ਅਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ। ਗੁਰਮੁਖ ਸੇਵਕ ਦਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਸਾਰੀਆਂ ਸੇਵਾਵਾਂ ਨਿਭਾਉਂਦੇ ਹੋ। ਕਈ ਵਾਰ ਕਈ ਸਮਾਗਮ ਕਿਸੇ ਜਥੇਬੰਦੀ ਨਾਲ ਆਪਾਂ ਨੂੰ ਮਿਲ ਕੇ ਕਰਾਉਣਾ ਪੈਂਦਾ, ਤੇ ਸਾਡੀ ਜਿਹੜੀ ਸੋਚ ਹੈ ਉਹਨਾਂ ਨਾਲ ਨਹੀਂ ਮਿਲਦੀ ਹੁੰਦੀ। ਉਹ ਮਸਲੇ ਕਿਵੇਂ ਹੱਲ ਕਰਦੇ ਹੋ?
ਦੇਖੋ ਵੀ ਹਰ ਪ੍ਰਬੰਧਕ ਕਮੇਟੀ ਦਾ ਨਜ਼ਰੀਆ ਆਪਣਾ ਜੀ। ਜੀ ਜਦੋਂ ਅਸੀਂ ਇਹ ਪਿੱਛੇ 37 ਦਿਨ ਦਾ ਜਾਂ 300 ਦਿਨ ਦਾ ਸਮਾਗਮ ਵੀ ਕਰਵਾਇਆ, ਸਤਿਗੁਰ ਦੀ ਕਿਰਪਾ ਰਹੀ ਵੀ ਜਦੋਂ ਅਸੀਂ ਪ੍ਰਬੰਧਕ ਕਮੇਟੀ ਨੂੰ ਜਾ ਕੇ ਆਪਣੇ ਵਿਚਾਰ ਦੱਸਦੇ ਹਾਂ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ। ਜਿਵੇਂ ਕਿਸੇ ਵੇਲੇ ਵੀ ਕੀਰਤਨੀ ਜਥਿਆਂ ਦੀ ਭੇਟਾ, ਕਿਤੇ ਲੰਗਰ ਦਾ ਪ੍ਰਬੰਧ, ਉਹਦੇ ਵਿੱਚ ਕਿਸੇ ਵੇਲੇ ਇਹ ਹੁੰਦਾ ਵੀ ਅਸੀਂ ਕੁਝ ਕਹਿੰਦੇ ਹਾਂ, ਉਹ ਕਹਿੰਦੇ ਨੇ ਵੀ ਸਾਡੀ ਗੋਲਕ ਦਾ ਖਿਆਲ ਰੱਖੋ, ਵੀ ਖਰਚਾ ਬਹੁਤ ਹੈ, ਗੋਲਕ ਅਸੀਂ ਲੈਣੀ ਹੈ। ਮਤਲਬ ਇਸ ਤਰ੍ਹਾਂ ਦੇ ਵਿਚਾਰ ਤੇ ਚੱਲਦੇ ਹੀ ਰਹਿੰਦੇ ਨੇ। ਔਰ ਸੇਵਾ ਕਰਨ ਦੇ ਮਕਸਦ ਦੇ ਵਿੱਚ ਜਿਸ ਵੇਲੇ ਆਪਾਂ ਆ ਜਾਂਦੇ ਹਾਂ, ਸੇਵਾ ਵਿੱਚ ਵੀ ਮੁਸ਼ਕਲਾਂ ਹੁੰਦੀਆਂ ਨੇ। ਕਿਸੇ ਵੇਲੇ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲਦੀ, ਉੱਥੇ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ, ਕਿਸੇ ਜਗ੍ਹਾ ਦੇ ਉੱਤੇ ਸਾਨੂੰ ਟੇਬਲ ਨਹੀਂ ਮਿਲਦੇ, ਮੈਟ ਨਹੀਂ ਮਿਲਦੇ। ਮਤਲਬ ਇਹ ਮੁਸ਼ਕਲਾਂ ਸੇਵਾ ਕਰਨ ਵਾਲਿਆਂ ਨੂੰ ਦੇਖੋ ਕੁਛ ਨਾ ਕੁਛ ਤੇ ਮੁਸ਼ਕਲਾਂ ਆਉਣੀਆਂ ਹੀ। ਸਾਨੂੰ ਕਈ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਆਪਣੇ ਤਰੀਕੇ ਨਾਲ ਫਿਰ ਕਰਨੇ ਪੈਂਦੇ ਨੇ। ਤੁਸੀਂ ਮੰਨ ਕੇ ਚੱਲਦੇ ਹੋ ਵੀ ਮੁਸ਼ਕਲਾਂ ਆਉਣੀਆਂ ਹੀ ਨੇ, ਮਤਲਬ ਆਪਣਾ ਸਮਝ ਕੇ ਕਰਦੇ ਹਾਂ ਜੀ। ਫਿਰ ਮਤਲਬ ਅਸੀਂ ਇਹ ਨਹੀਂ ਸਮਝਦੇ ਵੀ ਅਸੀਂ ਸੇਵਾ ਕਰਨ ਗਏ ਹਾਂ ਤੇ ਇਹ ਸਮਾਗਮ ਕਿਸੇ ਦਾ। ਉਹ ਸਮਾਗਮ ਨੂੰ ਅਸੀਂ ਆਪਣਾ ਸਮਝ ਕੇ ਉਹਨੂੰ ਆਪਣੇ ਨਜ਼ਰੀਏ ਨਾਲ ਫਿਰ ਲੈ ਕੇ ਤੁਰਦੇ ਹਾਂ ਜੀ। ਵੀ ਸਮਾਗਮ ਕਰਨ ਵੇਲੇ ਜਿਸ ਤਰ੍ਹਾਂ 37 ਦਿਨ ਦਾ ਸਮਾਗਮ ਕੀਤਾ, ਕੁਝ ਔਂਕੜਾਂ ਇਹ ਵੀ ਆਈਆਂ। ਮਤਲਬ ਸਾਰੇ ਕੀਰਤਨੀ ਜਥਿਆਂ ਨੇ ਸਾਨੂੰ ਸਹਿਯੋਗ ਦਿੱਤਾ। ਅਸੀਂ ਕਿਸੇ ਨੂੰ ਮਾਇਆ ਦਿੱਤੀ ਏ, ਕਿਸੇ ਨੂੰ ਨਹੀਂ ਦਿੱਤੀ। ਗੁਰਦੁਆਰਾ ਕਮੇਟੀਆਂ ਨਾਲ ਵੀ ਸਾਡਾ ਕਈ ਜਗ੍ਹਾ ਦੇ ਉੱਤੇ ਇਸ ਗੱਲ ਦਾ ਥੋੜਾ ਜਿਹਾ ਇਤਰਾਜ਼ ਵੀ ਹੋਇਆ ਵੀ ਕੀਰਤਨੀ ਜਥੇ ਤੁਹਾਡੇ ਕੋਲੋਂ ਮਾਇਆ ਮੰਗਦੇ ਨਹੀਂ ਤੇ ਸਾਡੇ ਕੋਲੋਂ ਮਾਇਆ ਮੰਗਦੇ ਨੇ। ਪਰ ਇਹਨੂੰ ਕਿਸੇ ਵੀ ਤਰੀਕੇ ਨਾਲ ਮੈਨੇਜ ਕੀਤਾ ਗਿਆ। ਤੇ ਅੱਗੋਂ ਵੀ ਮਤਲਬ ਕਈ ਜਗ੍ਹਾ ਸੁਸਾਇਟੀਆਂ ਦੇ ਵਿੱਚ ਜਦੋਂ ਅਸੀਂ ਸੇਵਾ ਕਰਨ ਵਿਚਰਦੇ ਹਾਂ, ਤੇ ਸੇਵਾ ਕਰਦੇ ਹਾਂ, ਕਿਸੇ ਵੇਲੇ ਕੋਈ ਸਾਈਕਲ ਗੁੰਮ ਹੋ ਜਾਂਦਾ, ਕਿਤੇ ਜੋੜੇ ਗੁੰਮ ਹੋ ਗਏ, ਕਿਤੇ ਸਕੂਟਰ ਗੁੰਮ ਹੋ ਗਿਆ। ਪਰ ਜਿਸ ਤਰ੍ਹਾਂ ਵੀ ਹੈ, ਮਤਲਬ ਸਤਿਗੁਰ ਦੀ ਕਿਰਪਾ ਨਾਲ ਸਾਰਾ ਕੁਝ ਸਤਿਗੁਰ ਦਾ ਦਿੱਤਾ ਹੋਇਆ ਸਾਡੇ ਕੋਲ, ਅਸੀਂ ਮੈਨੇਜ ਕਰਦੇ ਹਾਂ। ਜੇ ਕਿਸੇ ਨਾਲ ਪੈਸੇ ਨਾਲ ਹੋਵੇ, ਪੈਸੇ ਨਾਲ, ਜੇ ਕੋਈ ਹੱਥੀਂ ਕਰਨ ਵਾਲਾ ਤੇ ਹੱਥੀਂ ਕੰਮ ਕਰਕੇ ਵੀ ਉਹਨੂੰ ਮੈਨੇਜ ਕਰਦੇ ਹਾਂ ਜੀ। ਮੈਨੂੰ ਯਾਦ ਆ ਵੀ ਇੱਥੇ ਜਿੱਦਾਂ ਆਪਣਾ ਸਾਲਾਨਾ ਸਮਾਗਮ ਜਿਹੜਾ ਚੱਲਦਾ, ਤੇ ਉਸੇ ਇੱਥੇ ਕਿਸੇ ਦਾ ਨਾ ਸਾਈਕਲ ਚੁੱਕਿਆ ਗਿਆ। ਤੇ ਸੰਗਤ 'ਚ ਕਈ ਤਰ੍ਹਾਂ ਦੇ ਬੰਦੇ ਆਉਂਦੇ ਨੇ। ਉਹਨੇ ਦੂਜੇ ਦਿਨ ਅਖਬਾਰ 'ਚ ਖਬਰ ਲਵਾ ਦਿੱਤੀ ਮੇਰੇ ਨਾਂ ਤੇ ਬਈ ਉਸ ਜੇ ਇਹਨਾਂ ਕੋਲ ਸਮਾਨ ਨਹੀਂ ਸਾਂਭਿਆ ਜਾਂਦਾ ਤੇ ਸਮਾਗਮ ਕਿਉਂ ਕਰਵਾਉਂਦੇ ਨੇ। ਹੋਰ ਬੜੀ ਲੰਬੀ ਚੌੜੀ ਖਬਰ ਜਿਹੜੀ ਸਭ ਘਟਨਾ ਪਿੱਛੇ ਤਕਰੀਬਨ ਪਿਛਲੇ ਸਾਲ ਅਕਤੂਬਰ ਦੀ ਹੈ। ਜਲੰਧਰ ਵਿਖੇ ਰਾਮਾ ਮੰਡੀ ਵਿਖੇ ਇੱਕ ਸਮਾਗਮ ਹੋਇਆ ਸੀ। ਉੱਥੇ ਵੀ ਇਸੇ ਤਰ੍ਹਾਂ ਹੀ ਰਾਤ ਨੂੰ ਇੱਕ ਸਕੂਟਰ ਚੋਰੀ ਹੋ ਗਿਆ। ਹੁਣ ਤੁਸੀਂ ਦੇਖੋ ਸੇਵਾਦਾਰਾਂ ਦੀਆਂ ਮੁਸ਼ਕਲਾਂ ਨੇ ਵੀ ਰਾਤ 1-1 ਵਜੇ 2-2 ਵਜੇ ਤੱਕ ਪ੍ਰਬੰਧਕ ਜਿਹੜੇ ਪ੍ਰੋਗਰਾਮ ਕਰਵਾਉਂਦੇ ਨੇ, ਉਹਨਾਂ ਦਾ ਵਿਚਾਰ ਇਹ ਹੁੰਦਾ ਵੀ ਸਾਡੇ ਘਰ ਸਾਲ ਬਾਅਦ ਫੰਕਸ਼ਨ ਆਇਆ, ਅਸੀਂ ਇਹਨੂੰ ਲੰਬਾ ਖਿੱਚ ਲਈਏ। ਪਰ ਉਹ ਸੇਵਾਦਾਰਾਂ ਦੀ ਪ੍ਰੋਬਲਮ ਨਹੀਂ ਸਮਝਦੇ ਵੀ ਸੇਵਾਦਾਰਾਂ ਨੇ ਤਾਂ ਰੋਜ਼ ਸੇਵਾ ਕਰਨ ਜਾਣਾ। ਜੋ ਰੋਜ਼ 2 ਵਜੇ ਜਾਗਣਗੇ ਤੇ ਸਵੇਰੇ ਕਿਹੜੇ ਵੇਲੇ ਆਪਣਾ ਨਿਤਨੇਮ ਕਰਨਗੇ, ਕਿਹੜੇ ਵੇਲੇ ਕਾਰੋਬਾਰ ਕਰਨਗੇ, ਇਹ ਮੁਸ਼ਕਲਾਂ ਨੂੰ ਕੋਈ ਨਹੀਂ ਜਾਣਦਾ। ਔਰ ਉਸ ਰਾਤ ਉੱਥੇ ਸਕੂਟਰ ਗਵਾਚ ਗਿਆ। ਜਦੋਂ ਸਕੂਟਰ ਗੁੰਮ ਹੋ ਗਿਆ, ਉਹਨਾਂ ਦਾ ਰਾਤ 2 ਵਜੇ ਮੈਨੂੰ ਫੋਨ ਆਇਆ ਵੀ ਮੈਂ ਆਪਣੇ ਘਰ ਸਾਂ, ਵੀ ਮੇਰਾ ਸਕੂਟਰ ਉੱਥੇ ਚੋਰੀ ਹੋ ਗਿਆ ਜੀ, ਵੀ ਤੁਹਾਡੀ ਪਰਚੀ ਮੇਰੇ ਕੋਲ ਆ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਸਮਾਗਮ ਖਤਮ ਹੋਏ ਨੂੰ 20 ਮਿੰਟ ਹੋ ਗਏ ਨੇ। ਹੁਣ ਸੇਵਾਦਾਰਾਂ ਨੇ ਉੱਥੇ ਬੈਠੇ ਤੇ ਰਹਿਣਾ ਨਹੀਂ। ਅਸੀਂ ਉੱਥੇ ਪ੍ਰਬੰਧਕਾਂ ਨੂੰ ਕਹਿ ਕੇ ਆ ਗਏ ਹਾਂ ਵੀ ਅਸੀਂ ਜਾ ਰਹੇ ਹਾਂ ਜੀ। ਵੀ ਹੁਣ ਜਿਨ੍ਹਾਂ ਦੇ ਸਕੂਟਰ ਖੜੇ ਨੇ, ਹੁਣ ਤੁਸੀਂ ਆਪਣਾ ਇਹ ਸੰਭਾਲਣ ਦੀ ਜ਼ਿੰਮੇਵਾਰੀ ਲੋਕਾਂ ਨੂੰ ਵੀ ਲੈਣੀ ਪਏਗੀ। ਵੀ ਸਿਰਫ ਪ੍ਰਬੰਧਕਾਂ ਨੇ ਸਮਾਗਮ ਕਰਾਉਣਾ, ਅਰੇਂਜ ਜ਼ਰੂਰ ਕੀਤਾ ਸੁਸਾਇਟੀ ਦਾ, ਪਰ ਦੇਖੋ ਕੋਈ ਪੇਡ ਤੇ ਹੈ ਨਹੀਂ। ਬਿਲਕੁਲ ਜੇ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਸਾਈਕਲਾਂ ਸਕੂਟਰਾਂ ਦੀ ਕਰ ਰਿਹਾ, ਸਭ ਨਿਸ਼ਕਾਮ ਨੇ। ਤੇ ਜੇ ਉਹਦੇ ਵਿੱਚ ਉਹ ਪੈਸੇ ਨਹੀਂ ਲੈਂਦੇ ਤੇ ਪੈਸੇ ਭਰਨ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ। ਪਰ ਫਿਰ ਵੀ ਚਲੋ ਉਸ ਆਦਮੀ ਨੇ, ਮਤਲਬ ਉਹ ਘਟਨਾ ਦਾ ਮੈਂ ਜ਼ਿਕਰ ਤੁਹਾਨੂੰ ਦੱਸਾਂ, ਉਸਨੇ ਥਾਣੇ ਪਰਚਾ ਕਰਾ ਦਿੱਤਾ ਸੁਸਾਇਟੀ ਦੇ ਉੱਤੇ। ਅੱਛਾ। ਸਾਡੀ ਉਹ ਰਾਮਗੜੀਆ ਸੇਵਕ ਸਭਾ ਦੇ ਨਾਂ ਦੇ ਉੱਤੇ ਜੋ ਸਾਈਕਲਾਂ ਸਕੂਟਰਾਂ ਦੀ ਸੇਵਾ ਅਸੀਂ ਕਰਦੇ ਹਾਂ, ਮਤਲਬ ਉਹ ਸੁਸਾਇਟੀ ਦੇ ਉੱਤੇ ਪਰਚਾ ਕਰਾ ਦਿੱਤਾ ਗਿਆ ਵੀ ਇਹਨਾਂ ਨੇ ਸਾਡੀ ਮੋਟਰਸਾਈਕਲ ਦੀ ਸੰਭਾਲ ਨਹੀਂ ਕੀਤੀ, ਵੀ ਇਹ ਪਰਚੀ ਹੈ। ਉਹਨੂੰ ਵੀ ਚਲੋ ਸੰਗਤਾਂ ਦੇ ਸਹਿਯੋਗ ਨਾਲ ਸਾਡੇ 2-3 ਪ੍ਰਬੰਧਕਾਂ ਵੀਰਾਂ ਨੇ ਰਲ ਕੇ ਮਾਇਆ ਦੇ ਕੇ ਤੇ ਉਹਨੂੰ ਮਸਲਾ ਹੱਲ ਕੀਤਾ। ਪਰ ਮੈਂ ਮੇਰੀ ਗੱਲ ਪਿੱਛੇ ਸੀ ਜਿਹੜੀ, ਉਹ ਫਿਰ ਮੈਂ ਉਹ ਬਾਬਾ ਕੁੰਦਨ ਸਿੰਘ ਹੁਣਾਂ ਨੂੰ ਨਾਨਕਸਰ ਗਿਆ, ਬੇਨਤੀ ਕੀਤੀ ਵੀ ਬਾਬਾ ਜੀ ਸਮਾਗਮ ਤਾਂ ਬਹੁਤ ਵਧੀਆ ਹੋ ਗਿਆ ਤੇ ਆਹ ਗੱਲ ਹੋ ਗਈ ਆ ਤੇ ਇੱਦਾਂ ਦੇ ਵਾਸਤੇ ਅਖਬਾਰ 'ਚ ਵੀ ਆ ਗਿਆ। ਤੇ ਮਹਾਂਪੁਰਸ਼ਾਂ ਨੇ ਬੜੀ ਪਿਆਰੀ ਗੱਲ ਆਖੀ, ਕਹਿੰਦੇ ਗੁਰੂ ਸਾਹਿਬ ਨਾ ਅਵਸਥਾ ਬਰਾਬਰ ਰੱਖਣ ਵਾਸਤੇ ਕਈ ਵਾਰੀ ਭਾਣੇ ਵਰਤਾਉਂਦੇ ਨੇ ਵੀ ਕਿਤੇ ਇਹ ਨਾ ਮਨ ਵਿੱਚ ਤੇਰੇ ਆ ਜਾਵੇ ਵੀ ਮੈਂ ਪ੍ਰੋਗਰਾਮ ਬਹੁਤ ਵਧੀਆ ਕਰ ਲਿਆ। ਇਹ ਘਟਨਾ ਚਲੋ ਬਹੁਤ ਵਧੀਆ ਗੱਲ ਆ, ਮਹਾਂਪੁਰਖਾਂ ਦੀ ਪ੍ਰੇਰਨਾ ਜੀ। ਮੇਰੇ ਨਾਲ ਵੀ 1-2 ਵਾਰ ਮਹਾਂਪੁਰਖਾਂ ਦੀ ਮੁਲਾਕਾਤ ਹੋਈ। ਮਹਾਂਪੁਰਖਾਂ ਨੇ ਆਸ਼ੀਰਵਾਦ ਦਿੱਤਾ। ਮੈਂ ਤੁਹਾਨੂੰ ਉਸ ਘਟਨਾ ਦਾ ਵੀ ਜ਼ਿਕਰ ਆਪਣੇ ਨਿੱਜੀ ਕਾਰੋਬਾਰ ਤੋਂ ਵੀ ਨਾਨਕਸਰ ਸੰਪਰਦਾ ਦਾ ਇੱਕ ਮੈਗਜ਼ੀਨ ਆਰੰਭ ਕੀਤਾ
ਸਨ 1999 ਚ ਜੀ ਜੀ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਵਾਲਿਆਂ ਨੇ ਜੀ ਜੀ ਉਹ ਮੈਨੂੰ ਲੈ ਕੇ ਗਏ ਬਾਬਾ ਕੁੰਦਨ ਸਿੰਘ ਜੀ ਨਾਲ। ਮੈਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ। ਸਹਿਜ ਸੁਭਾਏ ਉਹਨਾਂ ਦੀ ਬੇਨਤੀ ਉੱਥੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਮਹਾਂਪੁਰਖਾਂ ਨੂੰ ਵੀ ਇਹਨਾਂ ਨੇ ਜਿਹੜਾ ਇਹ ਟਰੈਕਟ ਸਾਡਾ ਛਾਪਿਆ ਇਹ ਨੋ ਪ੍ਰੋਫਿਟ ਨੋ ਲਾਸ ਤੇ ਛਾਪਿਆ। ਅੱਛਾ। ਮਹਾਂਪੁਰਖਾਂ ਨੇ ਉਸ ਦਿਨ ਮੈਨੂੰ ਬਿਠਾ ਕੇ ਇਹ ਗੱਲ ਦੀ ਸਿੱਖਿਆ ਦਿੱਤੀ ਵੀ ਬੇਟਾ ਵੀ ਇਹ ਗੱਲ ਕਹਿਣੀ ਨਹੀਂ ਕਦੀ ਵੀ ਜ਼ਿੰਦਗੀ 'ਚ। ਅੱਛਾ। ਹੋਰ ਉਸ ਦਿਨ ਤੋਂ ਆਪਾਂ ਇਹ ਕਾਰੋਬਾਰ ਦੇ ਵਿੱਚ ਵੀ ਇਹ ਗੱਲ ਪੱਲੇ ਬੰਨੀ ਹੈ ਜੀ ਵੀ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਇਸ ਚੀਜ਼ 'ਚੋਂ ਕਮਾਣਾ ਨਹੀਂ ਕਮਾਣਾ। ਧਾਰਮਿਕ ਕੰਮ ਹੁੰਦੇ ਆ ਉਹਨਾਂ ਨੇ ਇਹ ਗੱਲ ਸਿੱਖਿਆ ਦਿੱਤੀ ਸੀ ਵੀ ਜਦੋਂ ਤੁਸੀਂ ਕਿਸੇ ਕੰਮ ਵੀ ਜਾਂਦੇ ਹੋ ਤੇ ਰਸਤੇ ਵਿੱਚ ਹੋਰ ਵੀ ਕਈ ਕੰਮ ਕਰਦੇ ਹੋ। ਆਪਣੀ ਦੁਕਾਨ ਤੋਂ ਆਫਿਸ ਤੋਂ ਲੈ ਕੇ ਜਦੋਂ ਪ੍ਰੈਸ ਤੱਕ ਵੀ ਗਏ ਨਾ ਤੇ ਉਹ ਖਰਚੇ ਕਿਹਦੇ ਖਾਤੇ 'ਚ ਪਾਓਗੇ? ਮੇਰੇ ਖਾਤੇ 'ਚ ਪਾਓਗੇ ਜਾਂ ਕਿਸੇ ਹੋਰ 'ਚ ਪਾਓਗੇ? ਬਿਲਕੁਲ ਬਿਲਕੁਲ ਬਿਲਕੁਲ। ਆਪੀ ਉਸ ਦਿਨ ਤੋਂ ਬਾਅਦ ਇਹ ਗੱਲ ਕਦੀ ਨਹੀਂ ਕਹੀ ਜੀ। ਹਮੇਸ਼ਾ ਇਹ ਕਹੀਦਾ ਵੀ ਖਾਣਾ ਹੀ ਇੱਥੋਂ ਹੈ। ਬਿਲਕੁਲ ਬਿਲਕੁਲ। ਗੁਰੂ ਦਾ ਦਿੱਤਾ ਇੱਥੋਂ ਹੀ ਲੈਣਾ, ਜਿੰਨਾ ਕੁ ਬਣਦਾ ਉਹਨਾਂ ਕੁ ਪ੍ਰੋਫਿਟ ਲਓ। ਮਤਲਬ ਜੋ ਵੀ ਹੈ ਮਤਲਬ ਕਦੀ ਕਮਿਟ ਨਹੀਂ ਕੀਤਾ, ਨਾ ਹੀ ਕਦੀ ਸਹੁੰ ਚੱਕਣ ਵਾਲੀ ਗੱਲ ਕੀਤੀ ਹੈ ਜੀ ਵੀ ਆਪਾਂ ਸਹੁੰ ਚੱਕਦੇ ਹਾਂ ਵੀ ਕਮਾਉਂਦੇ ਨਹੀਂ। ਹਾਂਜੀ ਹਾਂਜੀ। ਤੇ ਬਾਕੀ ਸਮਾਗਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਜੀ, ਸਾਰਾ ਆਪਣਾ ਸਮਝ ਕੇ ਕੰਮ ਕਰਦੇ ਆ। ਨਾਲੇ ਇਹ ਨਾ ਜੀ ਜੇ ਤੁਸੀਂ ਕਮਾਓਗੇ ਨਹੀਂ ਤੇ ਲਾਓਗੇ ਕਿਵੇਂ? ਜੇਬ 'ਚ ਹੋਣਗੇ 4 ਪੈਸੇ ਤਾਂ ਹੀ ਖਰਚੋਗੇ ਨਾ। ਇਹ ਸਭ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਹੈ ਜੀ। ਤੁਹਾਡਾ ਬਹੁਤ ਧੰਨਵਾਦ। ਮੈਨੂੰ ਲੱਗਦਾ ਵੀ ਅੱਜ ਦੀ ਸਾਡੀ ਮੁਲਾਕਾਤ ਵਿੱਚੋਂ ਸਭਾ ਸੁਸਾਇਟੀਆਂ ਨੂੰ ਤੇ ਸੰਗਤਾਂ ਨੂੰ ਜਿਹੜਾ ਨਾ ਇੱਕ ਵਿਲੱਖਣ ਜਿਹਾ ਇੱਕ ਵੱਖਰਾ ਜਿਹਾ ਸੁਨੇਹਾ ਗਿਆ ਹੋਊਗਾ ਤੇ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਨੂੰ ਬੜਾ ਹੀ ਚੰਗਾ ਲੱਗਿਆ। ਫਤਿਹ ਟੀਵੀ ਦਾ ਤੇ ਤੁਹਾਡਾ ਬਹੁਤ ਧੰਨਵਾਦ ਹੈ ਜੀ ਵੀ ਤੁਸੀਂ ਇਸ ਨਿਮਾਣੇ ਨੂੰ ਇਹ ਮਾਣ ਦੇ ਕੇ ਤੇ ਨਿਵਾਜਿਆ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।